जी का खालसा, वाहिगुरू जी की फतेह। यह साचा सोहला साचा घर गावो। ਇਹਦੇ ਤੋਂ ਪਿੱਛੇ ਜਿਹੜੀਆਂ 38 ਪੌੜੀਆਂ ਨੇ ਉਹਨਾਂ ਦੇ ਵਿੱਚ ਸਟੈਪ ਬਾਏ ਸਟੈਪ ਆਨੰਦ ਦੀ ਗੱਲ ਕੀਤੀ ਗਈ ਹੈ। ਸਾਨੂੰ ਕਰਨਾ ਕੀ ਚਾਹੀਦਾ ਹੈ ਤਾਂ ਕਿ ਸਾਡੀ ਜ਼ਿੰਦਗੀ ਦੇ ਵਿੱਚ ਉਹ ਗੱਲ ਬਣ ਜਾਵੇ, ਉਹਨਾਂ ਦੀ ਗੱਲ ਕੀਤੀ ਗਈ ਹੈ। ਆ ਜਿਹੜੀਆਂ ਅੱਗੇ 2 ਪੌੜੀਆਂ ਆਉਣਗੀਆਂ ਇਹ ਸੈਕਿੰਡ ਲਾਸਟ ਹੈ, ਤੇ ਇਹਦੇ ਤੋਂ ਅਗਲੀ ਜਿਹੜੀ ਹੈ ਉਹ ਜਿਹੜੀ ਅਖੀਰਲੀ ਪੌੜੀ ਹੈ। ਇੱਕ ਤੇ ਇਹਦੇ ਵਿੱਚ ਆਨੰਦ ਸਾਹਿਬ ਦੀ ਗੱਲ ਕੀਤੀ ਗਈ ਹੈ, ਆਨੰਦ ਦੀ ਵੀ ਗੱਲ ਕੀਤੀ ਗਈ ਹੈ। ਦੂਸਰੇ ਨੰਬਰ ਦੇ ਉੱਤੇ ਮਹਾਰਾਜ ਨੇ ਇੱਕ ਖਾਸ ਗੱਲ ਸਾਨੂੰ ਕਹਿ ਦਿੱਤੀ ਹੈ ਇੱਥੇ ਕਿ ਇਹ ਜਿਹੜਾ ਖੁਸ਼ੀ ਦਾ ਗੀਤ ਹੈ, ਇਹ ਜੋ ਬਾਣੀ ਹੈ, ਇਹ ਤੁਸੀਂ ਗਾਉਣੀ ਕਿੱਥੇ ਹੈ। ਇਹਦਾ ਮਤਲਬ ਇਹ ਨਾ ਸਮਝ ਲੈਣਾ ਕਿ ਸਤਿਗੁਰੂ ਇਹ ਕਹਿੰਦੇ ਨੇ ਵੀ ਤੁਸੀਂ ਇਹਨੂੰ ਖਾਸ ਥਾਵਾਂ ਦੇ ਉੱਤੇ ਹੀ ਗਾਉਣਾ ਹੈ। ਪਰ ਜਦੋਂ ਸਿੱਖਣਾ ਹੈ ਇਸ ਬਾਣੀ ਨੂੰ ਗਾਉਣਾ, ਤੇ ਮਹਾਰਾਜ ਕਹਿੰਦੇ ਨੇ ਫਿਰ ਇਹਨੂੰ ਤੁਸੀਂ ਸੱਚੇ ਘਰ ਦੇ ਵਿੱਚ ਹੀ ਗਾਉਣਾ ਹੈ। ਇਹ ਸੱਚਾ ਘਰ ਕੀ ਹੈ, ਇਹਨੂੰ ਅਸੀਂ ਵੇਖਣ ਦੀ ਕੋਸ਼ਿਸ਼ ਕਰਾਂਗੇ। ਪਹਿਲਾਂ ਇੱਕ ਪਾਸਾ ਸਮਝ ਲਈਏ ਸੋਹਿਲਾ ਕੀ ਹੈ। ਸਾਡੇ ਨਿਤਨੇਮ ਦੇ ਵਿੱਚ ਆਖਰੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਤੀਸਰੀ ਬਾਣੀ, ਉਸ ਬਾਣੀ ਦਾ ਨਾਮ ਹੈ ਸੋਹਿਲਾ ਸਾਹਿਬ। ਗੁਰੂ ਬਖਸ਼ਿਸ਼ ਦੇ ਨਾਲ ਅਸੀਂ ਇਸ ਬਾਣੀ ਦੀ ਵਿਚਾਰ ਤੋਂ ਪਹਿਲਾਂ ਉਸੇ ਬਾਣੀ ਦੀ ਵਿਚਾਰ ਹੀ ਕੀਤੀ ਹੈ। 3 ਸ਼ਬਦ ਉਹਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨੇ, 1 ਸ਼ਬਦ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦਾ, 1 ਸ਼ਬਦ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ, ਤੇ ਉਹਨਾਂ 5 ਸ਼ਬਦਾਂ ਨੂੰ ਮਿਲਾ ਕੇ ਜਿਹੜੀ ਬਾਣੀ ਬਣਦੀ ਹੈ ਉਹਨੂੰ ਕਿਹਾ ਜਾਂਦਾ ਹੈ ਸੋਹਿਲਾ। ਅਸੀਂ ਸਤਿਕਾਰ ਦੇ ਵਜੋਂ ਕਹਿੰਦੇ ਹਾਂ ਸੋਹਿਲਾ ਸਾਹਿਬ, ਕਈ ਉਹਨੂੰ ਕੀਰਤਨ ਸੋਹਿਲਾ ਕਹਿੰਦੇ ਨੇ। ਸੋਹਿਲਾ ਦਾ ਮਤਲਬ ਹੁੰਦਾ ਹੈ ਖੁਸ਼ੀ ਦਾ ਗੀਤ। ਜਦੋਂ ਕਿਸੇ ਦੇ ਘਰ ਦੇ ਵਿੱਚ ਕਿਸੇ ਬੰਦੇ ਦੀ ਵਡਿਆਈ ਕੀਤੀ ਜਾਂਦੀ ਹੈ ਨਾ, ਤੇ ਫਿਰ ਉਹਨੂੰ ਕਿਹਾ ਜਾਂਦਾ ਤੇਰੇ ਸੋਹਲੇ ਗਾਏ ਜਾ ਰਹੇ। ਸੋਹਿਲੇ ਦਾ ਮਤਲਬ ਹੁੰਦਾ ਹੈ ਖੁਸ਼ੀ ਦਾ ਗੀਤ, ਚੜ੍ਹਦੀ ਕਲਾ ਦਾ ਗੀਤ। ਹੁਣ ਇੱਥੇ ਜਿਹੜਾ ਸੋਹਿਲਾ ਹੈ ਉਹਦਾ ਮਤਲਬ ਸਿਰਫ 5 ਸ਼ਬਦ ਨਹੀਂ ਨੇ, ਇਹ ਸਮੁੱਚੀ ਬਾਣੀ ਹੈ। ਇਹ ਸਾਚਾ ਸੋਹਿਲਾ, ਆ ਜਿਹੜੀ ਬਾਣੀ ਹੈ, ਆ ਜੋ ਗੁਰਬਾਣੀ ਸਾਡੇ ਸਾਹਮਣੇ ਹੈ, ਇਹ ਕੀ ਹੈ? ਇਹ ਖੁਸ਼ੀ ਦਾ ਗੀਤ ਹੈ। ਮੈਂ ਇਹਦੇ ਵਿੱਚੋਂ ਆਪ ਜੀ ਦੇ ਨਾਲ ਇੱਕ ਗੱਲ ਸਾਂਝੀ ਕਰ ਦੇਵਾਂ। ਜਦੋਂ ਬਹੁਤੀ ਵਾਰ ਬੰਦੇ ਹਰ ਇੱਕ ਚੀਜ਼ ਨੂੰ ਆਪਣੇ ਦਿਮਾਗ ਦੇ ਨਾਲ ਵਰਤਣ ਦੀ ਤੇ ਆਪਣੀ ਅਕਲ ਦੇ ਨਾਲ ਚਲਾਉਣ ਦੀ ਕੋਸ਼ਿਸ਼ ਕਰਦੇ ਨੇ ਨਾ, ਫਿਰ ਉਹਨਾਂ ਨੇ ਗੁਰਬਾਣੀ ਨੂੰ ਵੀ ਆਪਣੇ ਤਰੀਕੇ ਨਾਲ ਵਰਤਣਾ ਸ਼ੁਰੂ ਕਰ ਦਿੱਤਾ ਹੈ, ਔਰ ਵਹਿਮੀ ਹੋ ਗਏ ਨੇ ਅੱਗੇ ਨਾਲੋਂ ਜ਼ਿਆਦਾ। ਜਿੱਦਾਂ ਜਿੱਦਾਂ ਦੀ ਉਹਨਾਂ ਦੀ ਆਪਣੀ ਸਮਝ, ਉਹਨਾਂ ਨੇ ਗੁਰਬਾਣੀ ਨੂੰ ਵੀ ਉੱਦਾਂ ਹੀ ਅੱਗੇ ਵਰਤਣਾ ਸ਼ੁਰੂ ਕਰ ਦਿੱਤਾ ਹੈ। ਮਹਾਰਾਜ ਕੀ ਕਹਿ ਰਹੇ ਨੇ ਵੀ ਇਹ ਸਾਚਾ ਸੋਹਿਲਾ, ਇਹ ਜਿਹੜੀ ਬਾਣੀ ਹੈ ਨਾ, ਇਹ ਸੋਹਿਲਾ ਹੈ, ਮਤਲਬ ਇਹ ਖੁਸ਼ੀ ਦਾ ਗੀਤ ਹੈ। ਇਹ ਉਹ ਹੈ ਜਿਹਨੂੰ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਪੜ੍ਹਦੇ, ਚਾਹੇ ਸਾਡੇ ਘਰ ਦੇ ਵਿੱਚ ਖੁਸ਼ੀ ਹੈ, ਚਾਹੇ ਗਮੀ ਹੈ, ਤੇ ਚਾਹੇ ਦੋਵੇਂ ਨਹੀਂ ਨੇ, ਬਰਾਬਰ ਜਿਹਾ ਦਿਨ ਚੱਲਦਾ ਪਿਆ ਹੈ, ਅਸੀਂ ਜਦੋਂ ਵੀ ਇਸ ਬਾਣੀ ਨੂੰ ਪੜ੍ਹਦੇ ਨਾ ਤੇ ਸਾਡੇ ਅੰਦਰ ਆਨੰਦ ਆਉਂਦਾ, ਸਾਡੇ ਅੰਦਰ ਚਾਅ ਚੜ੍ਹਦਾ ਇਸ ਬਾਣੀ ਨੂੰ ਪੜ੍ਹ ਕੇ। ਇਸ ਬਾਣੀ ਨੂੰ ਸੁਣ ਕੇ ਸਾਨੂੰ ਪ੍ਰਸੰਨਤਾ ਹਾਸਲ ਹੁੰਦੀ। ਥੋੜ੍ਹੇ ਟਾਈਮ ਪਹਿਲਾਂ ਹੀ ਕੀਰਤਨ ਹੋ ਰਿਹਾ ਸੀ। ਕੀਰਤਨ ਸੁਣ ਲੈਣਾ ਬੜੇ ਕਮਾਲ ਦੀ ਗੱਲ ਹੈ, ਪਰ ਸੁਣ ਕੇ ਉਸ ਕੀਰਤਨ ਦਾ ਆਨੰਦ ਲੈ ਲੈਣਾ ਇਹ ਉਹਦੇ ਤੋਂ ਵੀ ਅੱਗੇ ਦੀ ਗੱਲ ਹੈ। ਜੇ ਸਿਰਫ ਸੁਣਦੇ ਹੀ ਪਏ ਹਾਂ ਕੀਰਤਨ, ਮੈਂ ਵਾਰ-ਵਾਰ ਕਹਿੰਦਾ ਹੁੰਦਾ ਇਸ ਗੱਲ ਨੂੰ, ਤੁਸੀਂ ਸਾਰੇ ਮੇਰੇ ਨਾਲੋਂ ਚੰਗੇ ਜੇ, ਪਰ ਕਿਉਂਕਿ ਗੱਲ ਕਰਨੀ ਪੈਂਦੀ ਹੈ। ਕੀਰਤਨ ਸੁਣ ਲੈਣਾ ਇੱਕ ਚੈਪਟਰ ਹੈ, ਇੱਕ ਅਲੱਗ ਗੱਲ ਹੈ। ਤੁਸੀਂ ਸੁਣਦੇ ਪਏ ਜੇ, ਪਰ ਤੁਹਾਨੂੰ ਉਸ ਕੀਰਤਨ ਨੂੰ ਸੁਣ ਕੇ ਜੇਕਰ ਆਨੰਦ ਨਹੀਂ ਆਉਂਦਾ, ਤੁਸੀਂ 10 ਦਿਨ ਸੁਣ ਲਓਗੇ, 15 ਦਿਨ ਸੁਣ ਲਓਗੇ, ਮਹੀਨਾ ਸੁਣ ਲਓਗੇ, ਫਿਰ ਛੁੱਟ ਜਾਵੇਗਾ। ਫਿਰ ਨਵੇਂ ਸਿਰੇ ਤੋਂ ਤੁਸੀਂ ਸ਼ੁਰੂ ਕਰੋਗੇ ਵੀ ਨਹੀਂ ਸਾਨੂੰ ਜਾਣਾ ਚਾਹੀਦਾ, ਫਿਰ ਇੱਦਾਂ ਹੀ ਹੋਵੇਗਾ। ਉਹ ਸਾਰੀ ਜ਼ਿੰਦਗੀ ਇੱਦਾਂ ਹੀ ਸਾਡੀ ਰਹਿ ਜਾਂਦੀ ਹੈ ਵੀ ਕਦੀ ਤਾਂ ਅਸੀਂ ਜੁੜਨਾ ਸ਼ੁਰੂ ਕਰ ਦਿੰਦੇ ਹਾਂ, 4 ਦਿਨ ਅਸੀਂ ਅੱਗੇ ਗਏ, 4 ਦਿਨ ਫਿਰ ਪਿੱਛੇ ਆ ਗਏ। ਵੇਖ ਲਓ ਸਾਡੀ ਧਾਰਮਿਕਤਾ ਲਗਭਗ ਇੱਥੇ ਕਿ ਜੀ ਰਹਿ ਜਾਂਦੀ ਹੈ। 4 ਦਿਨ ਬਹੁਤ ਚਾਅ ਹੈ, 4 ਦਿਨ ਕੋਈ ਚਾਅ ਨਹੀਂ। ਫਿਰ ਦੂਸਰਾ ਪਾਸਾ
ਜਿਨ੍ਹਾਂ ਬੰਦਿਆਂ ਨੂੰ ਕੀਰਤਨ ਸੁਣਨ ਦਾ ਆਨੰਦ ਆ ਗਿਆ ਹੈ, ਫਿਰ ਉਹ ਭਾਵੇਂ ਸਿਰਫ 5 ਮਿੰਟ ਲਈ ਸੁਣਦੇ ਪਏ ਨੇ, 10 ਮਿੰਟ ਲਈ ਸੁਣਦੇ ਪਏ ਨੇ, ਉਹਨਾਂ ਨੇ ਉਹਦੇ ਵਿੱਚੋਂ ਉਹ ਤੱਤ ਪ੍ਰਾਪਤ ਕਰ ਲਿਆ ਹੈ ਜਿਹਦੇ ਲਈ ਕੀਰਤਨ ਕੀਤਾ ਜਾ ਰਿਹਾ ਹੈ। ਇਹ ਉਹ ਗੀਤ ਹੈ, ਚਾਹੇ ਤੁਸੀਂ ਕੀਰਤਨ 'ਚ ਸੁਣਦੇ ਪਏ ਜੇ, ਚਾਹੇ ਤੁਸੀਂ ਪਾਠ ਦੇ ਰੂਪ ਦੇ ਵਿੱਚ ਸੁਣਦੇ ਪਏ ਜੇ। ਮਹਾਰਾਜ ਕਹਿੰਦੇ ਇਹਨੂੰ ਸੁਣ ਕੇ ਨਾ ਤੁਹਾਡਾ ਮਨ ਹਰਿਆ ਹੋ ਜਾਣਾ ਚਾਹੀਦਾ ਸੀ, ਤੁਹਾਡਾ ਮਨ ਸੰਤੁਸ਼ਟ ਹੋ ਜਾਣਾ ਚਾਹੀਦਾ ਹੈ। ਪਰ ਉਹ ਤਾਂ ਹੀ ਸੰਤੁਸ਼ਟ ਹੋਵੇਗਾ ਜੇ ਸਾਨੂੰ ਉਹਦੇ ਤੱਕ ਉਸ ਲੈਵਲ ਦੀ ਸਮਝ ਹੈ ਵੀ ਬਾਣੀ ਹੈ ਕੀ ਤੇ ਮਹਾਰਾਜ ਗੱਲ ਕੀ ਕਰਦੇ ਪਏ ਨੇ। ਮੈਂ ਜਿਹੜੀ ਗੱਲ ਕਰਨੀ ਸੀ, ਬਹੁਤਿਆਂ ਨੇ ਆਪਣੀ ਅਕਲ ਦੇ ਨਾਲ ਜਿਹੜੀ ਗੁਰਬਾਣੀ ਹੈ ਨਾ ਉਹਨੂੰ ਵੀ ਅਸੀਂ ਸਮੇਂ ਦੇ ਉੱਤੇ ਲਾਗੂ ਕਰ ਦਿੱਤਾ ਹੈ ਕਿ ਜੇਕਰ ਖੁਸ਼ੀ ਹੈ ਤੇ ਫਿਰ ਤੁਸੀਂ ਆ ਸ਼ਬਦ ਪੜ੍ਹਨੇ ਨੇ। ਮੈਂ ਨਹੀਂ ਕਹਿੰਦਾ ਕਿ ਇਹ ਸ਼ਬਦ ਪੜ੍ਹੇ ਨਹੀਂ ਜਾਣੇ ਚਾਹੀਦੇ। ਅਸੀਂ ਗੁਰਪੁਰਬ ਦੇ ਉੱਤੇ ਗੁਰਪੁਰਬਾਂ ਵਾਲੇ ਸ਼ਬਦ ਪੜ੍ਹਦੇ ਹਾਂ। ਖੁਸ਼ੀ ਹੈ ਤੇ ਅਸੀਂ ਪੜ੍ਹਦੇ ਹਾਂ, ਗਮੀ ਹੈ ਤੇ ਅਸੀਂ ਲਗਭਗ ਉਹ ਸ਼ਬਦ ਪੜ੍ਹਦੇ ਹਾਂ ਜਿਹਦੇ ਵਿੱਚ ਕਿਸੇ ਦੇ ਚਲਾਣੇ ਦੀ ਗੱਲ ਕੀਤੀ ਜਾ ਰਹੀ ਹੈ, ਕਿਉਂਕਿ ਇੱਕ ਬਾਹਰ ਦਾ ਮਾਹੌਲ ਉੱਦਾਂ ਦਾ ਹੈ, ਦੂਸਰਾ ਉਹਨੂੰ ਸੁਣ ਕੇ ਸਾਡੇ ਉੱਤੇ ਅਸਰ ਪੈਂਦਾ ਹੈ। ਪਰ ਬਹੁਤੇ ਵਹਿਮੀ ਬੰਦੇ ਇੱਦਾਂ ਦੇ ਵੀ ਹੈ ਨੇ, ਮੈਨੂੰ ਮਾਫ਼ ਕਰਨਾ, ਉਹਨਾਂ ਦੀ ਖੁਸ਼ੀ ਦੇ ਪ੍ਰੋਗਰਾਮ ਦੇ ਵਿੱਚ ਕਿਤੇ ਕੋਈ ਇਹੋ ਜਿਹੀ ਗੱਲ ਜਾਂ ਇਹੋ ਜਿਹਾ ਸ਼ਬਦ ਸਾਹਮਣੇ ਆ ਜਾਵੇ, ਉਹਨਾਂ ਨੂੰ ਦਿੱਕਤ ਆਉਣੀ ਸ਼ੁਰੂ ਹੋ ਜਾਂਦੀ ਹੈ। ਆਪ ਜੀ ਨੇ ਸ਼ਾਇਦ ਕਦੀ ਇਸ ਗੱਲ ਨੂੰ ਸੁਣਿਆ ਹੋਵੇ, ਬੜਿਆਂ ਬੰਦਿਆਂ ਨੇ ਨਾ ਬਾਣੀ ਦੇ ਵਿੱਚ ਵੀ ਕਲਾਸ ਪਾ ਦਿੱਤੀ ਹੋਈ ਹੈ। ਉਹਨਾਂ ਨੇ ਬਾਣੀ ਨੂੰ ਵੀ ਦਰਜੇ ਦੇ ਦਿੱਤੇ ਨੇ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਜਿਹੜੀ ਬਾਣੀ ਹੈ ਇਹ ਤੇ ਉਦਾਸੀ ਦੇ ਵੱਲ ਲੈ ਕੇ ਜਾਂਦੀ ਹੈ। ਔਰ ਜਿਨ੍ਹਾਂ ਦੇ ਪਹਿਲਾਂ ਹੀ ਮਾਈਂਡ ਸੈੱਟ ਇਹ ਨੇ ਵੀ ਉਦਾਸੀ ਦੇ ਵੱਲ ਲੈ ਕੇ ਜਾਂਦੀ ਹੈ, ਉਹਨਾਂ ਬੰਦਿਆਂ ਦੇ ਘਰ ਦੇ ਵਿੱਚ ਕਿਤੇ ਇੱਦਾਂ ਦਾ ਹੁਕਮਨਾਮਾ ਆ ਜਾਵੇ, ਉਹ ਇਸੇ ਸੋਚ ਦੇ ਵਿੱਚ ਬੈਠੇ ਹੁੰਦੇ ਨੇ ਵੀ ਪਤਾ ਨਹੀਂ ਹੁਕਮਨਾਮਾ ਇਹ ਆ ਗਿਆ ਤੇ ਸਾਡਾ ਕੀ ਬਣ ਜਾਣਾ। ਇਹ ਝੂਠ ਨਹੀਂ ਹੈ, ਇਹ ਸੱਚ ਹੈ। ਬੜੀਆਂ ਥਾਵਾਂ ਤੋਂ ਤੁਹਾਨੂੰ ਸੁਣਨ ਲਈ ਮਿਲੇਗਾ। ਹੁਣ ਮਹਾਰਾਜ ਤੇ ਕਹਿੰਦੇ ਨੇ ਵੀ ਬਾਣੀ ਖੁਸ਼ੀ ਦਾ ਗੀਤ ਹੈ, ਪਰ ਮੈਂ ਕੀ ਕੀਤਾ ਹੈ, ਮੈਂ ਅੱਧੀ ਨੂੰ ਖੁਸ਼ੀ ਦੇ ਵਿੱਚ ਲੈ ਜਾਂਦਾ ਹੈ ਤੇ ਅੱਧੀ ਨੂੰ ਗਮੀ ਦੇ ਵਿੱਚ ਲੈ ਜਾਂਦਾ ਹੈ। ਮੈਂ ਕਹਿੰਦਾ ਹਾਂ ਵੀ ਆਹ ਗੱਲ ਤੇ ਤੁਸੀਂ ਕਰੋ ਹੀ ਨਾ ਇਸ ਵੇਲੇ। ਹਾਲਾਂਤ ਗੁਰਦੁਆਰਾ ਹੈ, ਅਸੀਂ ਬਚ ਜਾਂਦੇ ਹਾਂ, ਮੈਨੂੰ ਮਾਫ਼ ਕਰਿਓ। ਅਸੀਂ ਜਦੋਂ ਕਿਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਹੁਕਮ ਲੈਂਦੇ ਹਾਂ ਤਾਂ ਨੋਰਮਲ ਗੱਲਾਂ ਨੇ, ਜਿਹੜੇ ਹੁਕਮ ਰੋਜ਼ ਆ ਰਹੇ ਨੇ ਤੁਹਾਨੂੰ ਪਤਾ ਹੀ ਹੈ। ਹੁਕਮ ਅੱਗੇ ਨਿਕਲ ਜਾਵੇ ਤੇ ਕਿਸੇ ਵੇਲੇ ਉਹ ਹੁਕਮ ਤੁਸੀਂ ਵੇਖੋ ਰਾਮਕਲੀ ਸੱਦ ਦੇ ਵਿੱਚੋਂ ਆ ਜਾਵੇ, ਪਿੱਛੇ ਚਲਾ ਜਾਵੇ ਤੇ ਉਹ ਹੁਕਮ ਕਿਤੇ ਅਲਾਹਣੀਆਂ ਦੀ ਬਾਣੀ ਦੇ ਵਿੱਚੋਂ ਆ ਜਾਵੇ। ਤੇ ਹੁਣ ਸਵੇਰੇ ਸਵੇਰ ਇੱਥੇ ਤਾਂ ਚਲੋ ਆਵਾਜ਼ ਬਾਹਰ ਨਹੀਂ ਜਾਂਦੀ, ਜਿਨ੍ਹਾਂ ਨੂੰ ਸਵੇਰੇ ਸਵੇਰ ਕਿਤੇ 4 ਵਜੇ ਅਲਾਹਣੀਆਂ ਦਾ ਪਾਠ ਸੁਣਨਾ ਪੈ ਜਾਂਦਾ, ਉਹ ਪਹਿਲਾਂ ਹੀ ਇਹੋ ਜਿਹੇ ਮਾਈਂਡ ਸੈੱਟ ਲੈ ਕੇ ਬੈਠੇ ਨੇ ਵੀ ਬਾਬਾ ਸਵੇਰੇ ਸਵੇਰੇ ਅਲਾਹਣੀਆਂ ਪੜ੍ਹੀ ਜਾਂਦਾ। ਉਹਦਾ ਕੀ ਭਾਵ ਹੈ? ਬਾਣੀ ਜਿੱਦਾਂ ਦੀ ਹੈ, ਬਾਣੀ ਉਵੇਂ ਦੀ ਹੀ ਹੈ, ਪਰ ਮੇਰੇ ਵਰਗਿਆਂ ਨੇ ਉਹਨੂੰ ਇੰਨਾ ਪ੍ਰਚਾਰ ਦਿੱਤਾ ਹੈ ਵੀ ਨਹੀਂ, ਖੁਸ਼ੀ ਦੇ ਵਿੱਚ ਗਮੀ ਦਾ ਕੀ ਕੰਮ ਹੈ ਤੇ ਗਮੀ ਦੇ ਵੇਲੇ ਖੁਸ਼ੀ ਦਾ ਕੀ ਕੰਮ ਹੈ। ਮਹਾਰਾਜ ਕਹਿੰਦੇ ਇਹ ਤੇ ਗੀਤ ਹੈ, ਤੁਸੀਂ ਗਮੀ ਦੇ ਵਿੱਚ ਸੁਣਦੇ, ਤੁਸੀਂ ਖੁਸ਼ੀ ਦੇ ਵਿੱਚ ਸੁਣਦੇ ਤਾਂ ਤੁਹਾਡੇ ਮਨ ਦੇ ਵਿੱਚ ਚਾਅ ਪੈਦਾ ਹੋ ਜਾਂਦਾ। ਹੁਣ ਜਿਹੜੇ ਬੰਦੇ ਹੁਕਮ ਤੋਂ ਇੰਨੇ ਜ਼ਿਆਦਾ ਅੱਕ ਜਾਂਦੇ ਨੇ, ਮੈਂ ਇਹ ਸ਼ਬਦ ਵਰਤਾਂਗਾ ਉਹਨਾਂ ਦੇ ਲਈ ਵੀ ਉਹਨਾਂ ਨੂੰ ਦਿੱਕਤ ਹੈ ਵੀ ਆਹ ਹੁਕਮ ਕਿਉਂ ਆਇਆ। ਹੈਰਾਨੀ ਹੁੰਦੀ ਹੈ, ਪੂਰਾ ਅਖੰਡ ਪਾਠ ਸਾਹਿਬ ਘਰ ਦੇ ਵਿੱਚ ਹੋ ਜਾਂਦਾ ਹੈ, ਉਦੋਂ ਵੀ ਤੇ ਉਹ ਸ਼ਬਦ ਪੜ੍ਹ ਕੇ ਨਿਕਲੇ ਸੀ, ਉਦੋਂ ਕਿਉਂ ਨਹੀਂ ਦਿੱਕਤ ਆਈ ਉਹਨਾਂ ਨੂੰ? ਵਿਆਹ ਹੋ ਗਿਆ ਹੈ, ਵਿਆਹ ਰੱਖਣਾ ਹੈ ਘਰ ਦੇ ਵਿੱਚ ਤੇ ਹੁਕਮਨਾਮਾ ਅਖੰਡ ਪਾਠ ਸਾਰਾ ਸਮਾਪਤ ਹੋ ਗਿਆ। ਅਖੰਡ ਪਾਠ ਸਮਾਪਤ ਹੋਇਆ ਤੇ ਹੁਕਮਨਾਮਾ ਜਿਹੜਾ ਆ ਗਿਆ ਉਹ ਪਰਿਵਾਰ ਨੂੰ ਕਹਿੰਦੇ ਸਾਨੂੰ ਤੇ ਪਸੰਦ ਹੀ ਨਹੀਂ ਹੈ। ਤੇ ਫਿਰ ਹੁਕਮਨਾਮਾ ਕਾਹਦਾ ਹੋਇਆ? ਅਸੀਂ ਤੇ ਆਪਣਾ ਹੁਕਮਨਾਮਾ ਸੁਣਾਉਣਾ ਚਾਹੁੰਦੇ ਸੀ, ਇਹ ਤਾਂ ਸਾਡਾ ਹੁਕਮਨਾਮਾ ਹੋ ਗਿਆ ਵੀ ਆਹ ਸ਼ਬਦ ਪੜ੍ਹੋ। ਅਸੀਂ ਸੌਖੇ ਹਾਂ ਇਹਨਾਂ ਗੱਲਾਂ ਤੋਂ ਕਿ ਸਾਡੇ ਘਰ ਖੁਸ਼ੀ ਹੈ ਤੇ ਤੁਸੀਂ ਪੜ੍ਹ ਦਿਓ ਔਖੀ ਘੜੀ ਨਾ ਦੇਖਣ ਦੇਈ। ਸਾਡੇ ਘਰ ਖੁਸ਼ੀ ਹੈ ਤੁਸੀਂ ਪੜ੍ਹ ਦਿਓ ਜਿਸ ਕੇ ਸਿਰ ਉੱਪਰ ਤੂੰ ਸੁਆਮੀ। ਸਾਡੇ ਘਰ ਖੁਸ਼ੀ ਹੈ ਤੇ ਜੋ ਮੰਗੈ ਠਾਕੁਰ ਆਪਣੇ ਤੇ। ਸਾਡੇ ਘਰ ਖੁਸ਼ੀ ਹੈ ਤੇ ਤੁਸੀਂ ਪੜ੍ਹ ਦਿਓ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਇਹਨੂੰ ਇਹ ਨਾ ਸਮਝ ਲੈਣਾ ਕਿ ਇਹ ਪੜ੍ਹਨਾ ਨਹੀਂ ਚਾਹੀਦਾ, ਪਰ ਜਿਹੜੀ ਬਾਕੀ ਬਾਣੀ ਹੈ ਉਹ ਕਿਹਦੇ ਅਧਿਐਨ ਕਰਨ ਦੇ ਲਈ ਹੈ? ਉਹ ਬਾਕੀ ਬਾਣੀ ਕਿਹਦੇ ਲਈ ਹੈ? ਇਹਦਾ ਮਤਲਬ ਹੈ ਵੀ ਮੈਨੂੰ ਸਤਿਗੁਰੂ ਤੇ ਕਹਿੰਦੇ ਨੇ ਵੀ ਬਾਣੀ ਖੁਸ਼ੀ ਦਾ ਗੀਤ ਹੈ, ਪਰ ਮੈਂ ਕੀ ਉਹਨੂੰ ਬਣਾ ਕੇ ਰੱਖ ਦਿੱਤਾ ਹੈ? ਮੈਂ ਕਹਿੰਦਾ ਹਾਂ ਆਹ ਸ਼ਬਦ ਪੜ੍ਹੋਗੇ ਤੁਹਾਡੇ ਘਰ ਦਾ ਕਰਜ਼ਾ ਲੱਥ ਜਾਏਗਾ, ਆਹ ਸ਼ਬਦ ਪੜ੍ਹੋ ਤੁਹਾਡਾ ਬੁਖਾਰ ਲੱਥ ਜਾਏਗਾ, ਆਹ ਸ਼ਬਦ ਪੜ੍ਹੋ ਤੁਹਾਡੇ ਘਰ ਜਿਹੜੀ ਖੁਸ਼ਹਾਲੀ ਆ ਜਾਏਗੀ। ਤੇ ਮਹਾਰਾਜ ਨੇ ਇੰਡੈਕਸ ਲਿਖਿਆ ਹੈ 14 ਪੇਜਾਂ ਦਾ, ਭਾਈ ਗੁਰਦਾਸ ਸਾਹਿਬ ਨੇ, ਤੇ ਉੱਥੇ ਗੁਰੂ ਸਾਹਿਬ ਨੂੰ ਘਾਟਾ ਥੋੜ੍ਹਾ ਸੀ, 1-2 ਪੇਜ ਹੋਰ ਵੀ ਲਿਖ ਦਿੰਦੇ ਵੀ ਆਹ ਸ਼ਬਦ ਐਸ ਕਰਕੇ ਪੜ੍ਹ ਲਿਓ ਤੇ ਆਹ ਸ਼ਬਦ ਐਸ ਕਰਕੇ ਪੜ੍ਹ ਲਿਓ। ਤੁਸੀਂ ਬਾਣੀ ਪੜ੍ਹੋਗੇ ਨਾ, ਸਹਿਜ ਪਾਠ ਕਰਦੇ ਜੇ, ਤੇ ਉੱਥੇ ਵੇਖੋ ਸੁਖਮਨੀ ਸਾਹਿਬ ਦਾ ਜਦੋਂ ਪਾਠ ਕਰੋਗੇ
ਉਹਦੇ ਉੱਤੇ ਪਾਣੀ ਹੈ ਗੌੜੀ 52 ਅੱਖਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ। ਇੱਕੋ ਸ਼ਲੋਕ ਉੱਥੇ 2 ਵਾਰ ਆਉਂਦਾ ਹੈ, ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਵਰਾ। ਇਹ 2 ਵਾਰ ਸ਼ਲੋਕ ਆਇਆ ਹੈ ਉਸੇ ਬਾਣੀ ਦੇ ਵਿੱਚ, ਸਟਾਰਟਿੰਗ ਦੇ ਵਿੱਚ ਵੀ ਅਤੇ ਅੱਗੇ ਜਦੋਂ ਬਾਣੀ ਖਤਮ ਹੁੰਦੀ ਹੈ ਉਸ ਵੇਲੇ ਵੀ। ਅਤੇ ਉੱਥੇ ਸਪੈਸ਼ਲ ਇਹ ਗੱਲ ਲਿਖੀ ਗਈ ਹੈ, ਇਹ ਸ਼ਲੋਕ ਆਦ ਅੰਤ ਪੜ੍ਹਨਾ, ਵੀ ਕਿਤੇ ਇਹ ਨਾ ਕਹਿ ਦਿਓ ਵੀ ਪਹਿਲਾਂ ਵੀ ਤਾਂ ਪੜ੍ਹੀ ਆਏ ਹਾਂ ਹੁਣ ਦੁਬਾਰਾ ਪੜ੍ਹਨ ਦੀ ਕੀ ਲੋੜ ਹੈ। ਉੱਥੇ ਲਿਖਿਆ ਪਿਆ ਹੈ ਵੀ ਇਹਨੂੰ 2ਵੇਂ ਵਾਰੀ ਪੜ੍ਹਨਾ ਹੈ ਸ਼ਲੋਕ ਨੂੰ। ਅਤੇ ਜੇ ਇਹ ਤਾਕੀਦ ਸਾਨੂੰ ਉੱਥੇ ਹੋ ਸਕਦੀ ਹੈ ਅਤੇ ਕੀ ਗੱਲ ਸ਼ਬਦ ਲਿਖਣ ਤੋਂ ਪਹਿਲਾਂ ਮਹਾਰਾਜ ਇਹ ਨਹੀਂ ਸੀ ਕਹਿ ਸਕਦੇ ਵੀ ਜੇ ਕਰਜ਼ਾ ਲਾਉਣਾ ਤਾਂ ਆਹ ਸ਼ਬਦ ਪੜ੍ਹੋ। ਇਹ ਕਿੰਨਾ ਬੰਦਿਆਂ ਦੀਆਂ ਚਲਾਈਆਂ ਹੋਈਆਂ ਗੱਲਾਂ ਨੇ, ਜਿਨ੍ਹਾਂ ਬੰਦਿਆਂ ਨੇ ਗੁਰਬਾਣੀ ਦੇ ਵੀ ਦਰਜੇ ਰੱਖ ਦਿੱਤੇ ਨੇ ਵੀ ਆਹ ਚੀਜ਼ ਹੁੰਦੀ ਹੈ ਅਤੇ ਫਿਰ ਆਹ ਪੜ੍ਹ ਲਓ, ਆਹ ਚੀਜ਼ ਹੁੰਦੀ ਹੈ ਅਤੇ ਫਿਰ ਆਹ ਪੜ੍ਹ ਲਓ। ਵੀ ਗੁਰਬਾਣੀ ਕਾਹਦੇ ਨੂੰ ਤਾਂ ਦਵਾਈਆਂ ਹੋ ਗਈਆਂ ਵੀ ਸਿਰ ਪੀੜ ਹੁੰਦੀ ਹੈ ਅਤੇ ਆਹ ਗੋਲੀ ਖਾ ਲਓ, ਢਿੱਡ ਪੀੜ ਹੁੰਦੀ ਹੈ ਅਤੇ ਬਦਲ ਕੇ ਖਾ ਲਓ ਕੁਝ। ਇੱਦਾਂ ਦਾ ਭਾਵ ਨਹੀਂ ਸੀ ਹੋਣਾ ਚਾਹੀਦਾ। ਗੁਰਬਾਣੀ ਤੇ ਗੁਰਬਾਣੀ ਹੈ, ਭਾਵੇਂ ਤੁਹਾਡੇ ਘਰ ਦੇ ਵਿੱਚ ਵਿਆਹ ਹੈ ਅਤੇ ਭਾਵੇਂ ਤੁਹਾਡੇ ਘਰ ਦੇ ਵਿੱਚ ਵਿਆਹ ਨਹੀਂ ਹੈ, ਭਾਵੇਂ ਸਾਡੇ ਘਰ ਦੇ ਵਿੱਚ ਕੋਈ ਚੜ੍ਹਾਈ ਕੀਤਾ ਹੈ ਤਾਂ ਭਾਵੇਂ ਨਹੀਂ ਚੜ੍ਹਾਈ ਕੀਤਾ, ਬਾਣੀ ਸੁਣਨ ਵੇਲੇ ਸਾਡਾ ਮਨ ਇੱਕੋ ਜਿਹਾ ਹੀ ਹੋਣਾ ਚਾਹੀਦਾ ਸੀ। ਮਹਾਰਾਜ ਕਹਿੰਦੇ ਨੇ, ਜਿਉਂ ਮੰਦਰ ਕੋ ਥੰਮੈ ਥੰਮਨ ਤਿਉਂ ਗੁਰ ਕਾ ਸ਼ਬਦ ਮਨੈ ਅਸਥੰਮਨ। ਬਾਣੀ ਮਨ ਨੂੰ ਆਸਰਾ ਦੇਣ ਵਾਲੀ ਹੈ, ਪਰ ਤੁਸੀਂ ਖੁਸ਼ੀ ਦੇ ਵਿੱਚ ਵੀ ਬਹੁਤੇ ਬੌਰੇ ਨਾ ਹੋਵੋ ਅਤੇ ਗਮ ਦੇ ਵਿੱਚ ਵੀ ਬਹੁਤੇ ਥੱਲੇ ਨਾ ਜਾਓ। ਬਾਣੀ ਇਸ ਕਰਕੇ ਹੈ, ਪਰ ਸਾਡੇ ਲਈ ਹਾਲ ਕੀ ਨੇ? ਸਾਡੇ ਤੇ ਹਾਲਾਤ ਹੀ ਤੋਂ ਉਲਟ ਹੋ ਗਏ ਨੇ। ਹੁਣ ਮੈਨੂੰ ਮਾफ़ ਕਰਿਓ, ਇਸ ਕਰਕੇ ਸਤਿਗੁਰੂ ਕਹਿੰਦੇ ਸਾਚਾ ਕਰ ਗਾਵੋ। ਇਹ ਪਹਿਲਾਂ ਤੁਸੀਂ ਗੁਰਦੁਆਰੇ ਵਿੱਚ ਇਸ ਗੱਲ ਦੀ ਪ੍ਰੈਕਟਿਸ ਕਰੋ। ਅੱਜ ਜਿੰਨੀਆਂ ਗੱਲਾਂ ਅਸੀਂ ਗੁਰਦੁਆਰੇ ਕਰ ਦਿੰਦੇ ਹਾਂ ਨਾ, ਮੈਨੂੰ ਮਾफ़ ਕਰਿਓ, ਕਿਸੇ ਦੇ ਘਰ ਜਾ ਕੇ ਕਰੀਏ ਨਾ ਤਾਂ ਅਗਲਾ ਪਤਾ ਕੀ ਕਹੇਗਾ, ਤੁਸੀਂ ਚਲੋ ਸਾਡੇ ਘਰ 'ਚ ਇਹੋ ਜਿਹੀਆਂ ਕਿਉਂ ਗੱਲਾਂ ਕਰੀ ਜਾਂਦੇ ਜੀ। ਔਰ ਸ਼ਾਇਦ ਦੂਜੀ ਜਾਂ ਤੀਜੀ ਗੱਲ, ਜਿੱਥੋਂ ਤੱਕ ਮੈਨੂੰ ਲੱਗਦਾ ਹੈ, ਦੂਜੇ ਜਾਂ ਤੀਜੇ ਦਿਨ ਇੱਕ ਗੱਲ ਇੱਦਾਂ ਦੀ ਆ ਜਾਂਦੀ ਹੈ ਜਿਹਦੇ ਵਿੱਚ ਮੌਤ ਦੀ ਗੱਲ ਕੀਤੀ ਜਾ ਰਹੀ, ਜਿਹਦੇ ਵਿੱਚ ਇਹ ਗੱਲ ਕੀਤੀ ਜਾ ਰਹੀ ਹੈ। ਸਾਨੂੰ ਕਿੰਨੀ ਵਾਰ ਮਹਾਰਾਜ ਇਹ ਗੱਲ ਚੇਤੇ ਕਰਾਉਂਦੇ ਨੇ ਵੀ ਤੁਸੀਂ ਦੁਨੀਆ ਛੱਡ ਜਾਣੀ ਹੈ, ਕਿੰਨੀ ਵਾਰ ਚੇਤੇ ਕਰਾਉਣੀ ਹੈ। ਅਤੇ ਕਿੰਨੀ ਵਾਰ ਅਸੀਂ ਪੜ੍ਹਦੇ ਹਾਂ ਇਹਨਾਂ ਸ਼ਬਦਾਂ ਨੂੰ। ਤੁਸੀਂ ਸੋਲਾ ਸਾਹਿਬ ਪੜ੍ਹ ਕੇ ਵੇਖ ਲਓ, ਸਾਰਾ ਹੀ ਇਸ ਪਾਸੇ ਦਾ। ਨਿਤਨੇਮ ਦੀ ਬਾਣੀ ਇਸ ਪਾਸੇ ਦੀ ਹੈ, ਤੁਸੀਂ ਵੇਖੋ। ਹੋਰ ਕਿੰਨੇ ਸ਼ਬਦ ਨੇ ਅਸੀਂ ਜਦੋਂ ਪੜ੍ਹਾਂਗੇ ਤਾਂ ਸਾਨੂੰ ਇਸ ਪਾਸੇ ਦੇ ਆਉਂਦੇ ਨੇ। ਅਤੇ ਅਸੀਂ, ਸਾਡੇ ਘਰ ਦਾ ਕੋਈ ਛੋਟਾ ਜਿਹਾ ਬੱਚਾ ਇੱਦਾਂ ਦੀ ਗੱਲ ਕਰ ਦੇਵੇ ਮੌਤ ਦੀ, ਅਤੇ ਅਸੀਂ ਭਲਾ ਕੀ ਕਹਿੰਦੇ ਹਾਂ? ਚੁੱਪ ਕਰ, ਇੱਦਾਂ ਦੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ। ਉਹਦਾ ਭਾਵ ਕੀ ਹੈ ਵੀ ਅਸੀਂ ਤਿਆਰ ਨਹੀਂ ਹੈ ਇਹਨਾਂ ਗੱਲਾਂ ਨੂੰ ਸੁਣਨ ਦੇ ਲਈ। ਅਤੇ ਮੈਨੂੰ ਮਾफ़ ਕਰਿਓ, ਅਤੇ ਗੁਰਦੁਆਰਾ ਹੈ ਅਤੇ ਅਸੀਂ ਗੱਲਾਂ ਇੰਨੀਆਂ ਕਰ ਲੈਂਦੇ ਹਾਂ। ਕੋਈ ਮੇਰੇ ਘਰ ਦੇ ਵਿੱਚ ਆ ਕੇ ਮੈਂ ਲਗਾਤਾਰ ਮੌਤ ਦੀਆਂ ਗੱਲਾਂ ਕਰੀ ਜਾਵਾਂ ਅਤੇ ਉਹਨਾਂ ਕਹਿਣਾ ਵੀ ਤੈਨੂੰ ਹੋਰ ਕੋਈ ਗੱਲ ਨਹੀਂ ਆਉਂਦੀ, ਤੈਨੂੰ ਇਹੋ ਹੀ ਗੱਲਾਂ ਸੋਚਦੀਆਂ ਨੇ ਬਸ। ਇਹਦਾ ਭਾਵ ਕੀ ਹੈ? ਮੈਂ ਬਾਣੀ ਨੂੰ ਆਪਣੇ ਮਨ ਦੇ ਹਿਸਾਬ ਦੇ ਨਾਲ ਚਲਾ ਰਿਹਾ ਹਾਂ। ਮੈਂ ਇਹ ਨਹੀਂ ਸਮਝਦਾ ਜਿਹੜੇ ਹਿਸਾਬ ਦੇ ਨਾਲ ਬਾਣੀ ਮਹਾਰਾਜ ਨੇ ਲਿਖੀ ਹੈ। ਅਲਾਣੀਆਂ ਇਸ ਕਰਕੇ ਨਹੀਂ ਸੀ ਪੜ੍ਹੀਆਂ ਜਾਂਦੀਆਂ ਵੀ ਇਹ ਜ਼ਰੂਰੀ ਨੇ ਵੀ ਚਲਾਣੇ ਤੋਂ ਬਾਅਦ 'ਚ ਪੜ੍ਹਨੀਆਂ ਨੇ। ਉਹਦੇ ਵਿੱਚ ਪੜ੍ਹ ਕੇ ਤੇ ਵੇਖੀਏ, ਮਹਾਰਾਜ ਸਾਨੂੰ ਇਹ ਦੱਸਦੇ ਪਏ ਨੇ ਵੀ ਭਾਈ ਬੰਦੇ ਦਾ ਆਉਣਾ ਜਾਣਾ ਲੱਗਾ ਹੋਇਆ ਸੰਸਾਰ ਦੇ ਵਿੱਚ ਜਾਵੇਗਾ। ਉੱਥੇ ਫਿਰ ਨਾਲ ਸਤਿਗੁਰੂ ਨੇ ਇਹ ਵੀ ਸਮਝਾ ਦਿੱਤਾ ਵੀ ਲੋਕੀ ਬੜਾ ਕੁਝ ਦਾਨ ਕਰਦੇ ਫਿਰਦੇ, ਜੇ ਕੁਝ ਦਾਨ ਕੀਤਾ ਨਾਲ ਨਹੀਂ ਜੇ ਜਾਣਾ ਬੰਦੇ ਦੇ। ਉਹ ਤਾਂ ਸਮਝਦਾ ਲੈਵਲ ਸੀ ਬੰਦੇ ਦਾ, ਪਰ ਉਹਨੂੰ ਸਮਝੇ ਕਿਹੜਾ। ਸੋਹਿਲਾ ਸਾਹਿਬ ਉੱਥੇ ਇਸ ਕਰਕੇ ਪੜ੍ਹਿਆ ਗਿਆ ਵੀ ਜਿੰਨੀ ਸੰਗਤ ਬੈਠੀ ਹੈ, ਇੱਕ ਤਾਂ ਉਹਨੂੰ ਆਪਣਾ ਚੇਤਾ ਹੋਵੇ, ਦੂਸਰਾ ਜਿਹੜਾ ਚਲਾ ਗਿਆ ਹੈ ਉਹਦੇ ਲਈ ਅਰਦਾਸ ਕਰ ਲਈਏ। ਇਸ ਕਰਕੇ ਬਾਣੀ ਪੜ੍ਹੀ ਜਾਂਦੀ ਸੀ। ਸਾਡਿਆਂ ਨੇ ਸੋਹਿਲਾ ਸਾਹਿਬ ਰੱਖ ਲਿਆ ਭੋਗਾਂ ਦੇ ਲਈ ਅਤੇ ਆਨੰਦ ਸਾਹਿਬ ਰੱਖ ਲਿਆ ਖੁਸ਼ੀਆਂ ਦੇ ਲਈ। ਬਸ ਆਹ ਕੰਮ ਹੈ, ਚੜ੍ਹਦੀ ਕਲਾ ਦੇ ਲਈ ਰੱਖ ਲਿਆ, ਮੈਂ ਇੱਦਾਂ ਕਹਿ ਦੇਵਾਂ। ਹਜ਼ੂਰ ਕਹਿੰਦੇ ਨੇ ਭਾਈ ਸੰਗਤ ਦੇ ਵਿੱਚ ਆ ਕੇ ਇਸ ਗੱਲ ਨੂੰ ਸਿੱਖਣ ਦੀ ਪ੍ਰੈਕਟਿਸ ਕਰ। ਕਿਹੜੀ ਗੱਲ ਨੂੰ ਸਿੱਖਣ ਦੀ? ਕਿ ਬਾਣੀ ਦੇ ਵਿੱਚ ਜਦੋਂ ਤੂੰ ਬਾਣੀ ਨੂੰ ਗਾ ਰਿਹਾ ਹੈ, ਤੇਰੇ ਲਈ ਇਹ ਆਨੰਦ ਦੇਣ ਵਾਲੀ ਹੋਵੇ। ਭਾਵੇਂ ਕਿਸੇ ਵੀ ਮੌਕੇ ਦੇ ਉੱਤੇ ਬਾਣੀ ਪੜ੍ਹੀ ਜਾ ਰਹੀ ਹੋਵੇ, ਤੇਰੇ ਲਈ ਸਿਰਫ ਇਹ ਬਾਣੀ ਹੋਣੀ ਚਾਹੀਦੀ ਹੈ। ਤੂੰ ਬਾਣੀ ਦੇ ਵਿੱਚ ਇਹ ਚੀਜ਼ਾਂ ਨਾਲ ਚਲਾ ਕੇ ਚੱਲ ਵੀ ਇਹ ਕਿਹਦੇ ਲਈ ਪਾਠ ਰੱਖਿਆ ਹੈ। ਇਹ ਫਿਰ ਵੇਖ ਲੈਣਾ, ਮੌਕੇ ਹੀ ਹੁੰਦੇ ਨੇ। ਅੱਜ ਕੱਲ੍ਹ ਤਾਂ ਸਾਡੇ ਘਰ ਮੌਕੇ ਰੱਖੇ ਜਾਂਦੇ ਨੇ ਵੀ ਅਸੀਂ ਕਿਹੜੇ ਮੌਕੇ ਨੂੰ ਮੁੱਖ ਰੱਖਦੇ ਪਾਠ ਰੱਖਦੇ ਹਾਂ। ਵੀ ਸਾਡੇ ਘਰ ਦੇ ਵਿੱਚ ਜਨਮ ਹੋ ਗਿਆ ਹੈ, ਵਿਆਹ ਹੋ ਗਿਆ ਹੈ, ਜਾਂ ਕੋਈ ਭਾਣਾ ਵਾਪਰ ਗਿਆ, ਇਸ ਪਾਸੇ ਤੋਂ ਤੁਸੀਂ ਅਖੰਡ ਪਾਠ ਰੱਖ ਲਿਆ। ਉਹ ਤਾਂ ਇੱਕ ਬਹਾਨਾ ਹੈ। ਬਾਣੀ ਅਸਲ ਦੇ ਵਿੱਚ ਬਾਣੀ ਲਈ ਹੀ ਪੜ੍ਹੀ ਜਾ ਰਹੀ ਹੈ। ਜਦੋਂ ਤੁਸੀਂ ਬਾਣੀ ਦੇ ਲਾਗੇ ਬੈਠ ਕੇ ਬਾਣੀ ਨੂੰ ਸੁਣਦੇ ਹੋ, ਫਿਰ ਇਹ ਸੋਚ ਕੇ ਨਹੀਂ ਸੁਣਿਆ ਜਾ ਰਿਹਾ ਵੀ ਹੁਣ ਮੈਂ ਆਪਣੇ ਵੱਡੇ ਦੀ ਯਾਦ ਦੇ ਵਿੱਚ ਬਾਣੀ ਸੁਣਦਾ ਪਿਆ ਹਾਂ। ਉਦੋਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਭੁੱਲ ਜਾਓ, ਉਦੋਂ ਸਿਰਫ ਧਿਆਨ ਸ਼ਬਦ ਦੇ ਵੱਲ ਹੋਵੇ। ਪਰ ਇਹਦੀ ਪ੍ਰੈਕਟਿਸ ਕਿੱਥੋਂ ਆਵੇਗੀ? ਇਹਦੀ ਪ੍ਰੈਕਟਿਸ ਗੁਰਦੁਆਰੇ ਵਿੱਚੋਂ ਆਵੇਗੀ। ਮੈਨੂੰ ਮਾਫ਼ ਕਰਿਓ, ਮੈਂ ਬੇਨਤੀ ਕਰਦਾ ਪਿਆ ਹਾਂ ਤੁਹਾਨੂੰ, ਜੇ ਕੋਈ ਇੱਦਾਂ ਦੀ ਮੱਤ ਦਿੰਦਾ ਹੈ ਬੰਦਾ ਵੀ ਆਹ ਜਿਹੜੇ ਸ਼ਬਦ ਨੇ ਇਹ ਸਿਰਫ ਇਸ ਟਾਈਮ ਦੇ ਉੱਤੇ ਹੀ ਪੜ੍ਹਨੇ ਚਾਹੀਦੇ ਨੇ, ਦੂਸਰੇ ਟਾਈਮ 'ਤੇ ਨਹੀਂ ਪੜ੍ਹਨੇ ਚਾਹੀਦੇ, ਆਹ ਸਵੇਰੇ ਪੜ੍ਹੋ ਅਤੇ ਆਹ ਸ਼ਾਮਾਂ ਨੂੰ ਨਹੀਂ ਪੜ੍ਹਨੇ, ਮੈਨੂੰ ਮਾਫ਼ ਕਰਿਓ,
ਸਾਡੇ ਨਿਤਨੇਮ ਦਾ ਵਿਧਾਨ ਤੇ ਹੈ ਵੀ ਜਪਜੀ ਸਾਹਿਬ ਸਵੇਰੇ ਕਰਨਾ ਹੈ, ਸੋਦਰ ਸ਼ਾਮ ਨੂੰ ਕਰਨੀ ਹੈ, ਸੋਹਿਲਾ ਸ਼ਾਮ ਨੂੰ ਕਰਨਾ ਹੈ, ਰਾਤ ਨੂੰ ਸੌਣ ਤੋਂ ਪਹਿਲਾਂ ਕਰਨਾ ਹੈ। ਪਰ ਕਿਸੇ ਵੀ ਬੰਦੇ ਦੀਆਂ ਗੱਲਾਂ ਦੇ ਵਿੱਚ ਆ ਕੇ, ਭਾਵੇਂ ਉਹ ਪ੍ਰਚਾਰਕ ਹੀ ਹੋਵੇ, ਭਾਵੇਂ ਕੋਈ ਵੀ ਹੋਵੇ, ਉਹਦੀਆਂ ਗੱਲਾਂ ਦੇ ਵਿੱਚ ਜਾਂ ਕਿਸੇ ਕਿਤਾਬ ਨੂੰ ਇਹੋ ਜਿਹੀ ਨਾ ਖਰੀਦ ਲਿਓ ਕਿਤੇ ਜਿਹਦੇ ਨਾਲ ਤੁਸੀਂ ਵੱਧ ਜਾਓ ਬਾਅਦ ਦੇ ਵਿੱਚ, ਕਿਉਂਕਿ ਤੁਸੀਂ ਆਪ ਵੱਧ ਜਾਓਗੇ। ਉਹਨੇ ਪਹਿਲਾਂ ਹੀ ਇੱਕ ਗੱਲ ਲਿਖੀ ਹੋਣੀ ਹੈ, ਉਹਦੀ ਤੇ ਵਿਕ ਜਾਣੀ ਹੈ ਕਿਤਾਬ, ਪਰ ਤੁਸੀਂ ਕਿਤਾਬ ਦੇ ਨਾਲ ਵੱਧ ਜਾਣਾ। ਇਹਨੂੰ ਬਾਬਾ ਕਬੀਰ ਕਹਿੰਦੇ ਨੇ ਸਾਂਕਲ ਜੇਵਰੀ ਲੈ ਹੈ ਆਈ। ਕਿਤਾਬਾਂ ਇਕੱਲੀਆਂ ਆਜ਼ਾਦੀ ਨਹੀਂ ਲੈ ਕੇ ਆਉਂਦੀਆਂ, ਕਿਤਾਬਾਂ ਗੁਲਾਮੀ ਵੀ ਲੈ ਕੇ ਆ ਜਾਂਦੀਆਂ ਨੇ ਨਾਲ, ਭਾਵੇਂ ਉਹ ਗੁਰਬਾਣੀ ਦੇ ਨਾਂ 'ਤੇ ਲਿਖੀਆਂ ਹੋਣ। ਮੈਂ ਕੱਲ੍ਹ ਇੱਕ ਕਿਤਾਬ ਦਾ ਜ਼ਿਕਰ ਕੀਤਾ ਸੀ ਕਿ ਤੁਹਾਨੂੰ ਕਈ ਸਟੈਪ ਅੱਗੇ ਲੈ ਕੇ ਜਾ ਸਕਦੀ ਹੈ, ਅਤੇ ਇਹੋ ਜਿਹੀਆਂ ਵੀ ਗੁਰਬਾਣੀ 'ਤੇ ਗੱਲਾਂ ਲਿਖੀਆਂ ਗਈਆਂ ਨੇ, ਤੁਸੀਂ ਇੱਦਾਂ ਵੱਧ ਜਾਓਗੇ ਤੁਹਾਡਾ ਖੁਦ ਹੀ ਨਿਕਲਣ ਨੂੰ ਜੀਅ ਨਹੀਂ ਕਰੇਗਾ। ਇਸ ਕਰਕੇ ਕਦੀ ਵੀ ਗੁਰਬਾਣੀ ਨੂੰ ਸਮਝਣ ਲੱਗਿਆਂ ਇਹ ਆਨੰਦ ਨੂੰ ਸਮਝਣ ਦੀ ਸਭ ਤੋਂ ਵੱਡੀ ਮੰਜ਼ਿਲ ਹੈ। ਗੁਰਬਾਣੀ ਨੂੰ ਸਮਝਣ ਲੱਗਿਆਂ ਇਸ ਗੱਲ ਦਾ ਭੁਲੇਖਾ ਨਹੀਂ ਖਾਣਾ ਵੀ ਆਹ ਸ਼ਬਦ ਮਹਾਰਾਜ ਨੇ ਗਮੀ ਨੂੰ ਮੁੱਖ ਰੱਖਦੇ ਲਿਖੇ ਨੇ ਅਤੇ ਆਹ ਸ਼ਬਦ ਮਹਾਰਾਜ ਨੇ ਖੁਸ਼ੀ ਨੂੰ ਮੁੱਖ ਰੱਖਦੇ ਲਿਖੇ ਨੇ। ਨਹੀਂ, ਮਹਾਰਾਜ ਨੇ ਬਾਣੀ ਨੂੰ ਬਾਣੀ ਦੇ ਸੰਦਰਭ ਦੇ ਵਿੱਚ ਹੀ ਲਿਖਿਆ ਹੈ। ਬਸ ਇਹ ਆ ਵੀ ਕਿਤੇ ਕਿਤੇ ਉਹਦੀਆਂ ਉਦਾਹਰਨਾਂ ਖੁਸ਼ੀ ਦੀਆਂ ਆ ਗਈਆਂ ਨੇ ਅਤੇ ਕਿਤੇ ਕਿਤੇ ਗਮੀ ਦੀਆਂ ਆ ਗਈਆਂ ਨੇ। ਉਸ ਬਾਬੇ ਤੋਂ, ਉਸ ਪ੍ਰਚਾਰਕ ਤੋਂ, ਉਸ ਭਾਈ ਤੋਂ, ਉਸ ਕੀਰਤਨੀਏ ਤੋਂ, ਉਸ ਸਾਧ ਤੋਂ, ਹਰ ਇੱਕ ਉਸ ਬੰਦੇ ਤੋਂ ਆਪਣੇ ਆਪ ਨੂੰ ਬਚਾ ਲਿਓ ਜਿਹੜਾ ਇਹ ਕਹਿੰਦਾ ਹੈ ਵੀ ਅੱਧੀ ਬਾਣੀ ਇਸ ਪਾਸੇ ਦੀ ਹੈ ਅਤੇ ਅੱਧੀ ਬਾਣੀ ਇਸ ਪਾਸੇ ਦੀ ਹੈ। ਉਹਨੂੰ ਬਚਾ ਲਿਓ, ਆਪਣੇ ਆਪ ਨੂੰ ਬਚਾ ਲਿਓ। ਉਹਨੂੰ ਸੁਣ ਕੇ ਅਤੇ ਗੱਲ ਨੂੰ ਅੰਦਰ ਨਾ ਜਾਣ ਦਿਓ, ਖਤਮ ਕਰ ਦਿਓ। ਸਾਰੀ ਬਾਣੀ ਇੱਕ ਓਂਕਾਰ ਤੋਂ ਲੈ ਕੇ ਅੰਤ ਤੱਕ ਇੱਕੋ ਜਿਹੀ ਹੀ ਹੈ, ਇੱਕੋ ਜਿਹੀ ਹੀ ਹੈ। ਜਦੋਂ ਸਾਡੇ ਘਰ ਦੇ ਵਿੱਚ, ਕਿਉਂਕਿ ਉਦਾਹਰਨਾਂ ਤਾਂ ਫਿਰ ਘਰ ਦੀਆਂ ਹੀ ਆਉਣਗੀਆਂ, ਜਦੋਂ ਤੁਸੀਂ ਆਪਣੇ ਸਹਿਜ ਪਾਠ ਰੱਖੇ ਹੋਏ ਨੇ ਤਾਂ ਤੁਸੀਂ ਇਹ ਸੋਚ ਕੇ ਥੋੜ੍ਹਾ ਰੱਖੇ ਨੇ ਵੀ ਕਿਸੇ ਦੇ ਵਿਆਹ ਲਈ ਰੱਖੇ ਹੋਏ ਨੇ। ਇਹ ਕਿਸੇ ਉਦੋਂ ਤੁਸੀਂ ਸਿਰਫ ਪਾਠ ਲਈ ਪਾਠ ਕਰਦੇ ਪਏ ਜੇ। ਬਾਣੀ ਦਾ ਆਨੰਦ ਲਓ। ਮੈਂ ਵਾਰ-ਵਾਰ ਕਹਿ ਰਿਹਾ ਹਾਂ, ਸਤਿਗੁਰੂ ਕਹਿੰਦੇ ਸੱਚ ਹੈ ਕਰ ਗਾਵੋ, ਸੰਗਤ ਦੇ ਵਿੱਚ ਆ ਕੇ ਗਾਓ। ਜਿੱਦਾਂ ਗੁਰਦੁਆਰੇ ਜੋ ਵੀ ਹੁਕਮਨਾਮਾ ਆ ਗਿਆ ਨਾ, ਸਾਨੂੰ ਪ੍ਰਵਾਨ ਕਰਨਾ ਪੈਣਾ। ਇੱਦਾਂ ਜੇ ਮੈਂ ਘਰ ਦੇ ਵਿੱਚ ਬਾਣੀ ਪੜ੍ਹਦਾ ਪਿਆ ਹਾਂ ਨਾ, ਅਤੇ ਉਹ ਸੋਚ ਕੇ ਪੜ੍ਹਾਂ ਵੀ ਜੇ ਗੁਰਦੁਆਰੇ ਆਹ ਹੁਕਮ ਆਉਂਦਾ ਤਾਂ ਮੈਂ ਸੁਣ ਲੈਂਦਾ ਨਾ, ਇੱਦਾਂ ਹੁਣ ਘਰ ਦੇ ਵਿੱਚ ਆ ਗਿਆ ਅਤੇ ਇੱਥੇ ਵੀ ਮੈਂ ਸੁਣਨਾ ਹੈ, ਤਾਂ ਹੀ ਘਰ ਗੁਰਦੁਆਰਾ ਬਣੇਗਾ, ਨਹੀਂ ਤਾਂ ਨਹੀਂ ਬਣ ਸਕਦਾ। ਉੱਥੇ ਤਾਂ ਫਿਰ ਮੈਂ ਮਰਜ਼ੀਆਂ ਕਰਨ ਲੱਗ ਪੈਣਾ ਜਾ ਕੇ ਵੀ ਬਾਬਾ ਜੀ ਆਹ ਹੁਕਮਨਾਮਾ ਕੱਢ ਕੇ ਤੁਸੀਂ ਚੰਗਾ ਨਹੀਂ ਕੀਤਾ। ਜਿੱਦਾਂ ਗੁਰਦੁਆਰੇ ਦੇ ਜਿਹੜੇ ਨਿਯਮ ਨੇ ਉਹ ਮੈਂ ਆਪਣੇ ਘਰ ਦੇ ਵਿੱਚ ਪਾਠ ਲਈ ਜਿਹੜੇ ਨੇ ਉਹ ਲਾਗੂ ਕਰਨੇ ਨੇ, ਤਾਂ ਮੈਂ ਬਾਣੀ ਨੂੰ ਪੂਰੀ ਤਰ੍ਹਾਂ ਸਮਝ ਸਕਦਾ। ਨਹੀਂ ਤਾਂ ਮੈਂ ਇੱਦਾਂ ਕਹਿ ਦੇਵਾਂਗਾ ਏ ਚੰਗੀ ਹੈ, ਬੀ ਬੁਰੀ ਹੈ, ਸੀ ਚੰਗੀ ਹੈ, ਡੀ ਬੁਰੀ ਹੈ, ਅੱਧਾ ਚੰਗਾ ਹੈ, ਅੱਧਾ ਬੁਰਾ ਹੈ। ਫਿਰ ਮੈਂ ਜਦੋਂ ਮੈਨੂੰ ਅੱਧੀ ਬਾਣੀ, ਮੈਨੂੰ ਲਫ਼ਜ਼ ਵਰਤਦਾ ਪਿਆ, ਮੈਨੂੰ ਮਾफ़ ਕਰ ਦਿਓ, ਅੱਧੀ ਬਾਣੀ ਮੇਰੇ ਲੈਵਲ ਦੇ ਉੱਤੇ ਮੈਨੂੰ ਪਸੰਦ ਹੀ ਨਹੀਂ ਆ ਰਹੀ, ਅਤੇ ਉਸ ਬਾਣੀ ਤੋਂ ਮੈਂ ਸਿੱਖਿਆ ਕੀ ਲੈ ਲਵਾਂਗਾ? ਮੈਂ ਤਾਂ ਕਹਾਂਗਾ ਜੇ ਮੇਰੀ ਗੱਲ ਹੀ ਨਹੀਂ ਹੋ ਰਹੀ, ਇਹ ਤਾਂ ਮੈਂ ਸੁਣਨ ਦੇ ਲਈ ਤਿਆਰ ਹੀ ਨਹੀਂ ਸੀ। ਅਤੇ ਜੇ ਮੈਂ ਸੁਣਨ ਦੇ ਲਈ ਤਿਆਰ ਨਹੀਂ ਤਾਂ ਮੈਂ ਗੁਰੂ ਦੀ ਗੱਲ ਸੁਣਨ ਦੇ ਲਈ ਤਿਆਰ ਹੋਇਆ? ਮੈਂ ਤਾਂ ਤਿਆਰ ਹੀ ਨਹੀਂ ਹੋਇਆ ਜੇ ਇਸ ਪਾਸੇ ਤੋਂ। ਸਤਿਗੁਰੂ ਇਹਨੂੰ ਕਹਿੰਦੇ ਨੇ ਭਾਈ, ਇਹ ਸਾਚਾ ਸੁਹਿਲਾ ਸਾਚਾ ਕਰ ਗਾਵੋ। ਪਹਿਲਾਂ ਤਾਂ ਇਹ ਗੱਲ ਸਮਝਣ ਦੀ ਕੋਸ਼ਿਸ਼, ਗੁਰਬਾਣੀ ਖੁਸ਼ੀ ਦਾ ਗੀਤ ਹੈ। ਕਿਸੇ ਵੀ ਵੇਲੇ ਸੁਣੋ, ਦੁਕਾਨ 'ਤੇ ਬੈਠੇ ਸੁਣੋ। ਮਹਾਰਾਜ ਤੇ ਬੜਾ ਸੌਖਾ ਕਰਦੇ ਨੇ, ਮਾਰਗ ਚਲਤ ਊਠਤ ਬੈਠਤ ਹਰ ਹਰ ਧਿਆਈਐ, ਮਾਰਗ ਚਲਤ ਹਰੇ ਹਰ ਗਾਈਏ। ਤੁਸੀਂ ਤੁਰੇ ਜਾ ਰਹੇ ਜੇ, ਜਿੱਥੇ ਵੀ ਜਾ ਰਹੇ ਬਾਣੀ ਦਾ ਸ਼ਬਦ ਚੇਤੇ ਆ ਗਿਆ, ਗਾਉਣਾ ਸ਼ੁਰੂ ਕਰ ਦਿਓ, ਪੜ੍ਹਨਾ ਸ਼ੁਰੂ ਕਰ ਦਿਓ, ਔਰ ਇੱਦਾਂ ਪੜ੍ਹੋ ਕਿ ਤੁਹਾਨੂੰ ਚਾਅ ਦੇਵੇ, ਤੁਹਾਨੂੰ ਖੁਸ਼ੀ ਦੇਵੇ। ਮੈਨੂੰ ਵੀ ਇਹਦੇ ਨਾਲ ਸਤਿਗੁਰੂ ਕਹਿੰਦੇ ਨੇ ਇਹ ਸਾਚਾ ਸੁਹਿਲਾ ਸਾਚਾ ਕਰ ਗਾਵੋ, ਭਾਵ ਕਿ ਸੰਗਤ ਦੇ ਵਿੱਚ ਆ ਕੇ ਗਾਓ। ਹੋ ਸਕਦਾ ਹੈ ਘਰ ਦੇ ਵਿੱਚ ਬੈਠੇ ਅਸੀਂ ਬਾਣੀ ਪੜ੍ਹਦੇ ਪਏ ਸੀ। ਇਹਨਾਂ ਪੰਕਤੀਆਂ ਦਾ ਮਤਲਬ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਹਾਂ, ਇਹ ਨਹੀਂ ਹੈ ਵੀ ਤੁਸੀਂ ਘਰ ਦੇ ਵਿੱਚ ਬਾਣੀ ਨਹੀਂ ਪੜ੍ਹਨੀ, ਪਰ ਸਿੱਖਣੀ ਜਿਹੜੀ ਹੈ ਨਾ ਉਹ ਸੰਗਤ ਦੇ ਵਿੱਚ ਆ ਕੇ ਪੈਂਦੀ ਹੈ ਬਾਣੀ ਪੜ੍ਹਨੀ। ਸੰਗਤ ਕਿੰਨਾ ਬੰਦਿਆਂ ਦੀ ਅੱਗੇ ਸਤਿਗੁਰੂ ਗੱਲ ਕਰਨਗੇ। ਇਹ ਨਹੀਂ ਵੀ 4 ਜਣੇ ਦੀ ਭੀੜ ਇਕੱਠੀ ਹੋਈ ਅਤੇ ਕੋਈ ਸੰਗਤ ਹੋ ਰਹੀ ਹੈ, ਨਹੀਂ। ਹਰ ਇੱਕ ਚੀਜ਼ ਦੇ ਨਾ ਨਿਯਮ ਹੁੰਦੇ ਨੇ। ਜਿੱਦਾਂ ਵੇਖੋ, ਅਸੀਂ ਗੱਡੀ ਚਲਾਉਣੀ ਸਿੱਖਦੇ ਹਾਂ, ਪਹਿਲਾਂ ਅਸੀਂ ਕਿੱਦਾਂ ਸਿੱਖਦੇ ਹਾਂ? ਜਿੱਥੇ ਸੜਕ ਖਾਲੀ ਹੋਵੇ, ਰੋਡ ਖਾਲੀ ਹੋਵੇ, ਵੀ ਹਾਂ ਸਾਨੂੰ ਡਰ ਨਾ ਹੋਵੇ ਵੀ ਇੱਥੇ ਕਿਤੇ ਲੱਗ ਜਾਵੇਗੀ ਜਾਂ ਅਸੀਂ ਕਿਤੇ ਐਕਸੀਡੈਂਟ ਨਾ ਕਰਵਾ ਲਈਏ। ਫਿਰ ਜਿੱਦਣ ਸਾਨੂੰ ਜਾਂਚ ਆ ਜਾਂਦੀ ਹੈ, ਅਸੀਂ ਸਾਰੇ ਪਾਸੇ ਗੱਡੀ ਚਲਾ ਲੈਂਦੇ, ਫਿਰ ਟ੍ਰੈਫਿਕ ਦੇ ਵਿੱਚ ਵੀ ਲੈ ਜਾਂਦੇ ਹਾਂ। ਗੁਰਬਾਣੀ ਨੂੰ ਸਮਝਣ ਦੇ ਲਈ ਪਹਿਲਾਂ ਉਹਨਾਂ ਦੇ ਕੋਲ ਬੈਠਣਾ ਪੈਂਦਾ ਹੈ ਜਿਹਨੂੰ ਬਾਣੀ ਦੀ ਸਮਝ ਹੋਵੇ। ਇਹ 'ਚ ਅਸੀਂ ਨਹੀਂ ਹਾਂ ਵੀ ਸਾਡੇ ਕੋਲ ਆਓ। ਅਸੀਂ ਕੌਣ ਹਾਂ? ਅਸੀਂ ਤਾਂ ਆਪ ਉਹਨਾਂ ਦੇ ਕੋਲ ਜਾ ਕੇ ਬੈਠਦੇ ਹਾਂ। ਸੰਗਤ ਦੇ ਵਿੱਚ ਜਿਨ੍ਹਾਂ ਬੰਦਿਆਂ ਨੂੰ ਜੋ ਬਾਣੀ ਦੇ ਬਾਰੇ ਪਤਾ ਹੈ, ਬਹੁਤ ਕੁਝ ਪਿਆ ਹੈ ਇੰਟਰਨੈਟ ਦੇ ਉੱਤੇ ਚੰਗਾ ਵੀ, ਉਹਨਾਂ ਰੱਬ ਦੇ ਪਿਆਰਿਆਂ ਨੂੰ ਸੁਣੋ ਜਿਹੜੇ ਤੁਹਾਨੂੰ ਗੁਰਬਾਣੀ ਦੀ ਸਮਝ ਦੇ ਦੇਣ। ਫਿਰ ਤੁਸੀਂ ਗੁਰਬਾਣੀ ਨੂੰ ਭਾਵੇਂ ਘਰ ਦੇ ਵਿੱਚ ਬੈਠੇ ਪੜ੍ਹੋ, ਤੁਹਾਡੇ ਲਈ ਬੜੇ ਕਮਾਲ ਦੀ ਗੱਲ ਹੋ ਜਾਵੇਗੀ। ਪਰ ਜੇ ਆਪਣੀ ਸਮਝ ਨਾਲ ਪੜ੍ਹਾਂਗੇ ਤਾਂ ਫਿਰ ਇੱਕ ਖਿਆਲ ਮਨ ਦੇ ਵਿੱਚ ਪੈਦਾ ਹੁੰਦਾ ਹੈ ਵੀ ਆਹ ਸ਼ਬਦ ਗੁਰੂ ਸਾਹਿਬ ਨੇ ਵਰਤੇ ਨੇ ਅਤੇ ਪਤਾ ਨਹੀਂ ਗੁਰੂ ਸਾਹਿਬ ਨੇ ਕਿਉਂ ਵਰਤ ਲਏ ਨੇ।
ਕਦੀ ਕਦੀ ਨਾ ਸਾਨੂੰ ਇੱਦਾਂ ਦੇ ਸਵਾਲ ਸੁਣਨ ਨੂੰ ਮਿਲ ਜਾਂਦੇ ਨੇ ਵੀ ਮਹਾਰਾਜ ਨੂੰ ਆਹ ਗੱਲ ਨਹੀਂ ਸੀ ਕਹਿਣੀ ਚਾਹੀਦੀ। ਹੈਰਾਨੀ ਹੋ ਜਾਂਦੀ ਹੈ ਵੀ ਅਸੀਂ ਪਤਾ ਨਹੀਂ ਕਿਹੜੇ ਲੈਵਲ ਦੇ ਉੱਤੇ ਜੀ ਰਹੇ ਹਾਂ ਵੀ ਜਿਹਦੇ ਵਿੱਚ ਅਸੀਂ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੂੰ ਵੀ ਕਹਿ ਦਿੰਦੇ ਹਾਂ ਵੀ ਤੁਸੀਂ ਆਹ ਸ਼ਬਦ ਨਾ ਲਿਖਦੇ ਤਾਂ ਬੜਾ ਵਧੀਆ ਹੋਣਾ ਸੀ। ਤੰਦਰੁਸਤੀ ਦਵੇ ਜਿਸ ਬੰਦੇ ਨੂੰ ਗੁਰਬਾਣੀ ਦੇ ਉੱਤੇ ਅਜੇ ਤੱਕ ਪੂਰਾ ਭਰੋਸਾ ਹੀ ਨਹੀਂ ਹੈ। ਇਹ ਕਹਿ ਦੇਣਾ ਬੜਾ ਸੌਖਾ ਜੇ, ਮੇਰੇ ਲਈ ਖਾਸ ਕਰਕੇ ਕਹਿ ਦੇਣਾ ਬਹੁਤ ਸੌਖਾ ਹੈ। ਬਾਣੀ ਦੇ ਉੱਤੇ ਭਰੋਸਾ ਹੋਵੇ, ਨਹੀਂ ਬਣਦਾ ਭਰੋਸਾ, ਨਹੀਂ ਬਣਦਾ। ਮੈਂ ਆਪਣੀ ਅਕਲ ਵਰਤਦਾ ਹਾਂ ਉੱਥੇ ਵੀ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਬਚਨ ਪਤਾ ਨਹੀਂ ਮੈਂ ਕਿੰਨੀ ਵਾਰ ਜ਼ਿੰਦਗੀ ਦੇ ਵਿੱਚ ਪੜ੍ਹਿਆ, ਅਤੇ ਉਹਨੂੰ ਭਰੋਸੇ ਦੇ ਵਿੱਚ ਆਉਣ ਦੀ ਗੱਲ ਅੱਗੇ ਹੈ। ਉਹ ਭਰੋਸੇ ਦੇ ਵਿੱਚ ਵੀ ਆਵੇ। ਸਤਿਗੁਰੂ ਕੀ ਕਹਿੰਦੇ ਨੇ, ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਇਹਦੇ ਤੋਂ ਉੱਤੇ ਕੋਈ ਵੀ ਗੱਲ ਨਹੀਂ ਹੈ। ਮਹਾਰਾਜ ਕਹਿੰਦੇ ਤਤ ਗਿਆਨ ਕਿਹਦੇ ਹਿਰਦੇ ਦੇ ਵਿੱਚ ਪ੍ਰਗਟ ਹੁੰਦਾ, ਕਿਹਦੇ ਦਿਲ ਦੇ ਵਿੱਚ ਪ੍ਰਗਟ ਹੁੰਦਾ? ਸਤਿਗੁਰੂ ਕਹਿੰਦੇ ਉਹਦੀ ਪਹਿਲੀ ਅਤੇ ਆਖਰੀ ਇਹੋ ਹੀ ਕੰਡੀਸ਼ਨ ਹੈ, ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ। ਜਿਹਨੂੰ ਵਿਸ਼ਵਾਸ ਹੈ ਵੀ ਹਾਂ ਇਹ ਚੀਜ਼ ਹੈ। ਮੇਰੇ ਵਰਗਾ ਅੱਧੀਆਂ ਕੁ ਗੱਲਾਂ 'ਤੇ ਯਕੀਨ ਕਰੀ ਜਾਂਦਾ, ਅੱਧਾ ਕਹਿੰਦਾ ਵੀ ਨਹੀਂ ਗੁਰੂ ਸਾਹਿਬ ਤੁਸੀਂ ਆਹ ਗੱਲ ਨਾ ਲਿਖਦੇ ਤਾਂ ਕਿੱਡੀ ਵਧੀਆ ਹੋ ਜਾਂਦੀ। ਫਿਰ ਤਾਂ ਸਾਰੇ ਸਿੱਖ ਬਣ ਜਾਣੇ, ਫਿਰ ਉੱਦਾਂ ਦੇ ਸਿੱਖ ਕਰਨੇ ਵੀ ਕੀ ਸੀ ਅਸੀਂ। ਇਸ ਕਰਕੇ ਸਤਿਗੁਰੂ ਕਹਿੰਦੇ ਭਾਈ ਗੁਰਦੁਆਰੇ ਵਿੱਚ ਸਿੱਖ ਰੱਬ ਦੇ ਪਿਆਰਿਆਂ ਦੇ ਕੋਲ ਬੈਠ ਕੇ ਸਿੱਖ ਵੀ ਬਾਣੀ ਕਿੱਦਾਂ ਗਾਉਂਦੇ ਨੇ। ਬੜੇ ਬੜੇ ਵੱਡੇ ਦੀਵਾਨ ਹੁੰਦੇ ਨੇ, ਧਾਰਮਿਕ ਸਮਾਗਮ ਹੁੰਦੇ ਨੇ। ਇਸੇ ਕਰਕੇ ਪੁਰਾਤਨ ਸਿੱਖਾਂ ਨੂੰ ਸੱਦਿਆ ਜਾਂਦਾ ਹੁੰਦਾ ਸੀ ਵੀ ਇਕੱਠੇ ਹੋ ਕੇ ਬੈਠੋ, ਤੁਸੀਂ ਆਪਣੇ ਮਨ ਦੇ ਵਿੱਚ ਕਈ ਸਵਾਲ ਲੈ ਕੇ ਬੈਠੇ ਜੇ, ਦੂਸਰੇ ਸਿੱਖ ਦੇ ਨਾਲ ਸਾਂਝੇ ਕਰੋ, ਉਹ ਤੁਹਾਡੀ ਗੱਲਾਂ ਦੇ ਹੋ ਸਕਦਾ ਜਵਾਬ ਦੇ ਦੇਵੇ। ਆਪਸ ਦੇ ਵਿੱਚ ਸੰਗਤ ਦਾ ਮਤਲਬ ਇਹੀ ਹੁੰਦਾ ਸੀ। ਇਹ ਤਾਂ ਇੱਕ ਮੰਨ ਲਓ ਕਿ ਹੁਣ ਨਿਯਮ ਜਿਹਾ ਬਣ ਗਿਆ ਵੀ ਮੈਂ ਬੋਲਣਾ ਅਤੇ ਤੁਸੀਂ ਸੁਣਨਾ ਹੈ। ਇਹ ਵਨ ਵੇ ਟ੍ਰੈਫਿਕ ਵਾਲਾ ਗੱਲ ਹੋਣੀ ਨਹੀਂ ਸੀ ਚਾਹੀਦੀ। ਵੈਸੇ ਉਹ ਕੋਈ ਬਹੁਤ ਉੱਚੇ ਲੈਵਲ ਦਾ ਹੋਵੇ ਬੰਦਾ, ਭਾਈ ਗੁਰਦਾਸ ਸਾਹਿਬ ਵਰਗਾ ਹੋਵੇ, ਭਾਈ ਨੰਦ ਲਾਲ ਵਰਗਾ ਹੋਵੇ ਬੰਦਾ, ਵੀ ਬਸ ਬੰਦਾ ਬੋਲੀ ਜਾਵੇ ਅਤੇ ਅਗਲੇ ਚੁੱਪ ਕਰਕੇ ਸੁਣੀ ਜਾਣ, ਉਹ ਗੱਲ ਹੋਰ ਹੈ। ਸਾਡੇ ਵਿੱਚ ਇਹ ਨਿਯਮ ਇੱਦਾਂ ਹੀ ਹੋਣਾ ਚਾਹੀਦਾ ਸੀ ਵੀ ਅਸੀਂ ਸਾਰੇ ਜਾਣੇ ਇਕੱਠੇ ਬੈਠਦੇ, ਕਿਸੇ ਦਾ ਕੋਈ ਸਵਾਲ ਹੁੰਦਾ ਰਲ ਕੇ ਬਾਣੀ ਪੜ੍ਹਦੇ, ਬਾਣੀ ਪੜ੍ਹਦਿਆਂ ਕਿਤੇ ਨਹੀਂ ਪਤਾ ਲੱਗਦਾ ਅਤੇ ਅਸੀਂ ਉਹਨਾਂ ਗੱਲਾਂ ਨੂੰ ਸਾਰੇ ਕਰਦੇ। ਅਸੀਂ ਜਦੋਂ ਕਿਤੇ ਘਰ ਵੀ ਜਾ ਕੇ ਦੁਬਾਰਾ ਬਾਣੀ ਪੜ੍ਹਦੇ ਨਾ ਤਾਂ ਸਾਨੂੰ ਉਹੀ ਸਾਰੀ ਚੀਜ਼ ਦੁਬਾਰਾ ਚੇਤੇ ਰਹਿੰਦੀ। ਪਰ ਸਾਡੇ ਲਈ ਹੁਣ ਤਾਂ ਇੱਕ ਜਿੱਦਾਂ ਆਪਾਂ ਕਹਿ ਸਕਦੇ ਵੀ ਰੂਟੀਨ ਬਣ ਗਈ ਹੈ। ਇਹ ਸਾਰੀਆਂ ਥਾਵਾਂ ਦੇ ਉੱਤੇ ਇਹੋ ਕੁਝ ਹੀ ਹੋ ਗਿਆ। ਕੋਈ ਬਹੁਤ ਉੱਚੇ ਜੀਵਨ ਵਾਲਾ, ਮੈਂ ਵਾਰ-ਵਾਰ ਕਹਿ ਵੀ ਮਸਕੀਨ ਸਾਹਿਬ ਵਰਗਾ ਬੰਦਾ ਬੋਲਦਾ ਪਿਆ ਹੈ ਅਤੇ ਸੁਣ ਲੈਣਾ ਚਾਹੀਦਾ ਹੈ। ਪਰ ਬਾਕੀਆਂ ਦੇ ਲਈ ਤਾਂ ਸਾਰੀ ਵਿਚਾਰ ਹੈ ਵੀ ਅਸੀਂ ਬੈਠ ਕੇ ਬਾਣੀ ਨੂੰ ਸਮਝਣਾ ਹੈ, ਪਹਿਲਾਂ ਬਾਣੀ ਸਮਝ ਆ ਜਾਵੇ। ਇਸ ਕਰਕੇ ਸਤਿਗੁਰੂ ਕਹਿੰਦੇ ਸੰਗਤ ਦੇ ਵਿੱਚ ਆਓ। ਸਹਿਜ ਪਾਠ ਦੇ ਉਪਰਾਲੇ ਵੀ ਇਸ ਕਰਕੇ ਸੰਗਤੀ ਰੂਪ ਦੇ ਵਿੱਚ ਕੀਤੇ ਜਾਂਦੇ ਨੇ। ਇਹ ਸਾਚਾ ਸੋਹਿਲਾ ਸਾਚੈ ਕਰ ਗਾਵੋ, ਗਾਵੋ ਤਾਂ ਸੋਹਿਲਾ ਘਰ ਸਾਚੈ, ਜਿੱਥੇ ਸਦਾ ਸੱਚ ਧਿਆਵੇ। ਇੱਕ ਘਰ ਇੱਦਾਂ ਦਾ ਹੋਣਾ ਚਾਹੀਦਾ ਹੈ ਜਿੱਥੇ ਕਿਸੇ ਬੰਦੇ ਦੀ ਮਰਜ਼ੀ ਨਹੀਂ ਚੱਲਦੀ। ਸਾਡੇ ਘਰ ਦੇ ਵਿੱਚ ਨਾ ਸਾਡੀ ਮਰਜ਼ੀ ਚੱਲਦੀ ਹੈ। ਉੱਥੇ ਜੋ ਕੁਝ ਹੋਵੇਗਾ ਸਾਡੀ ਮਰਜ਼ੀ ਦੇ ਨਾਲ ਹੋਵੇਗਾ। ਇੱਥੇ ਜੋ ਕੁਝ ਵੀ ਹੋਵੇਗਾ ਉਹ ਕਿਸੇ ਬੰਦੇ ਦੀ ਮਰਜ਼ੀ ਦੇ ਨਾਲ ਨਹੀਂ ਹੋਵੇਗਾ। ਇਸ ਕਰਕੇ ਗੁਰਦੁਆਰੇ ਨੂੰ ਕਿਹਾ ਜਾਂਦਾ ਹੈ ਸੱਚਾ ਘਰ। ਉਹਦਾ ਕਾਰਨ ਇਹ ਹੈ, ਇੱਥੇ ਕੋਈ ਰਲ ਕੇ ਕਵੇ ਵੀ ਮੇਰੀ ਮਰਜ਼ੀ ਚੱਲੇ, ਨਹੀਂ ਚੱਲ ਸਕਦੀ। ਪਰ ਮੈਨੂੰ ਮਾफ़ ਕਰਿਓ, ਇਹਦਾ ਅਰਥ ਕਿਸੇ ਵੇਲੇ ਅਸੀਂ ਦੂਸਰੇ ਪਾਸੇ ਤੋਂ ਵੀ ਲੈ ਜਾਂਦੇ ਹਾਂ। ਮੈਂ ਕੌਣ ਹਾਂ ਇੱਥੇ ਮਰਜ਼ੀ ਕਰਨ ਵਾਲਾ? ਅੱਜ ਹਾਂ ਹੋ ਸਕਦਾ ਕੱਲ੍ਹ ਨੂੰ ਹੋਵਾਂ ਹੀ ਨਾ ਇੱਥੇ। ਹੋਰ ਵੀ ਬਾਕੀ ਕੌਣ ਨੇ ਇੱਥੇ ਜਿਹੜੇ ਤੁਸੀਂ ਵੇਖੋ ਅੱਜ ਤੋਂ 20 ਸਾਲ ਪਹਿਲਾਂ ਇੱਥੇ ਬੈਠਦੇ ਹੋਣਗੇ, ਉਹਨਾਂ ਦੇ ਵਿੱਚੋਂ ਕਿੰਨੇ ਕੁ ਜਾਣੇ ਇੱਥੇ ਬੈਠਦੇ ਨੇ ਅੱਜ ਕੱਲ੍ਹ? ਕਿੱਥੇ ਚਲੇ ਗਏ? ਇੱਥੇ ਕਿਸੇ ਬੰਦੇ ਦਾ ਰੂਲ ਨਹੀਂ ਚੱਲਦਾ। ਕਿਸੇ ਵੀ ਗੁਰਦੁਆਰੇ ਵਿੱਚ ਜੇ ਚੱਲਦਾ ਪਿਆ ਹੈ ਤਾਂ ਉਹ ਸਾਡੀ ਨਲਾਇਕੀ ਹੈ ਵੀ ਅਸੀਂ ਕਿੱਥੇ ਤੱਕ ਪਹੁੰਚਾ ਦਿੱਤਾ ਹੈ, ਕਿਸੇ ਬੰਦੇ ਦਾ ਨਹੀਂ। ਇੱਥੇ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੱਲ ਚੱਲਦੀ ਹੈ। ਸਾਡੇ ਘਰਾਂ ਦੇ ਵਿੱਚ ਹੋ ਸਕਦਾ ਅਸੀਂ ਮਰਜ਼ੀ ਕਰ ਲਈਏ ਵੀ ਨਹੀਂ ਇੱਦਾਂ ਨਹੀਂ, ਇੱਦਾਂ ਕਰ ਲਓ, ਕੋਈ ਨਹੀਂ। ਇੱਥੇ ਉਹ ਨਹੀਂ ਚੱਲਦਾ। ਇਸ ਕਰਕੇ ਇਹਨੂੰ ਕਿਹਾ ਜਾਂਦਾ ਹੈ ਵੀ ਇੱਥੇ ਮੇਰੀ ਮਰਜ਼ੀ ਨਹੀਂ, ਇੱਥੇ ਤੁਹਾਡੀ ਮਰਜ਼ੀ ਨਹੀਂ, ਇੱਥੇ ਗੁਰੂ ਦੀ ਮਰਜ਼ੀ ਚੱਲੇਗੀ। ਇੱਥੇ ਗੁਰਮਤਿ ਨੂੰ ਕੀ ਪ੍ਰਵਾਨ ਹੈ ਉੱਥੇ ਉਹ ਹੋਵੇਗਾ। ਇੱਥੇ ਇਹ ਨਹੀਂ ਵੀ ਮੈਨੂੰ ਆਹ ਪ੍ਰਵਾਨਿਤ ਤੁਸੀਂ ਕਰ ਦਿਓ। ਮਹਾਰਾਜ ਕਹਿੰਦੇ ਸੋਹਿਲਾ ਉੱਥੇ ਗਾਓ, ਬਾਣੀ ਉੱਥੇ ਗਾਉਣ ਦੀ ਜਾਚ ਸਿੱਖੋ। ਬਾਣੀ ਉੱਥੇ ਗਾਓ ਕਿੱਥੇ? ਜਿੱਥੇ ਸਦਾ ਸੱਚ ਧਿਆਵੇ, ਜਿੱਥੇ ਸਦਾ ਹੀ ਰੱਬ ਦੀ ਉਸਤਤ ਕੀਤੀ ਜਾਂਦੀ ਹੈ। ਸੰਗਤ ਉਹ ਹੈ, ਗੁਰਦੁਆਰਾ ਉਹ ਹੈ ਜਿਹਦੇ ਵਿੱਚ ਰੱਬ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ। ਇਹ ਨਹੀਂ ਵੀ ਦੀਵਾਨ ਰੱਖਿਆ ਹੀ ਇਸ ਕਰਕੇ ਆ ਵੀ ਫਲਾਣੇ ਲੀਡਰ ਨੇ ਆਉਣਾ ਅਤੇ ਉਹਨੂੰ ਸਨਮਾਨ ਦੇ ਦੇਵਾਂਗੇ, ਚੱਲ ਥੋੜ੍ਹੀ ਬਹੁਤੀ ਸੰਗਤ ਇਕੱਠੀ ਹੋ ਜਾਵੇਗੀ। ਇਹ ਦੀਵਾਨ ਫਿਰ ਕਾਹਦੇ ਲਈ ਹੋਇਆ? ਇਹ ਦੀਵਾਨ ਲੀਡਰ ਲਈ ਹੋ ਗਿਆ, ਗੁਰੂ ਲਈ ਨਹੀਂ ਹੋਇਆ ਦੀਵਾਨ। ਬਹੁਤੀ ਵਾਰ ਇੱਦਾਂ ਹੁੰਦਾ, ਚੱਲਦਾ ਸਮਾਗਮ ਰੋਕ ਕੇ ਅਤੇ ਇਹਨੂੰ ਪਹਿਲਾਂ ਇਨਾਮ ਦੇ ਦਿਓ। ਕਿਉਂ? ਇਹ ਕੋਈ ਖਾਸ ਡਿੱਗਾ ਹੈ ਧਰਤੀ ਦੇ ਉੱਤੇ? ਕੋਈ ਨਹੀਂ ਡਿੱਗਾ। ਇਹਦੀ ਹਿੰਮਤ ਚਾਹੀਦੀ ਹੈ ਇਹਨਾਂ ਗੱਲਾਂ ਨੂੰ ਕਰਨ ਦੇ ਲਈ।
ਮੈਂ ਵਾਰ-ਵਾਰ ਆਪ ਜੀ ਦੇ ਅੱਗੇ ਰੱਖ ਦੇਵਾਂ, ਤੁਸੀਂ ਵੀ ਤੇ ਵੇਖਦੇ ਪਏ ਜੇ ਨਾ ਇਹਨਾਂ ਚੀਜ਼ਾਂ ਨੂੰ। ਇਹ ਕੋਈ ਕਮੇਟੀ ਦੀ ਤਾਰੀਫ ਨਹੀਂ ਤਾਂ ਕੋਈ ਮੈਂ ਗੁਣ ਨਹੀਂ ਗਾਉਂਦਾ ਕਿਸੇ ਦੇ, ਮਹਾਰਾਜ ਕਿਰਪਾ ਕਰੇ। ਪਰ ਤੁਸੀਂ ਵੀ ਤੇ ਵੇਖਿਆ ਹੈ ਕਿੰਨੇ ਕੁ ਲੀਡਰ ਇੱਥੇ ਆ ਕੇ ਬੋਲਦੇ ਨੇ, ਕਿਸੇ ਨੂੰ ਨਹੀਂ ਬੋਲਣ ਦਿੱਤਾ ਜਾਂਦਾ, ਕਿਸੇ ਨੂੰ ਟਾਈਮ ਨਹੀਂ ਮਿਲਦਾ। ਉਹਦਾ ਕਾਰਨ ਹੈ ਹਿੰਮਤ ਚਾਹੀਦੀ ਹੈ ਇਹਨਾਂ ਗੱਲਾਂ ਦੇ ਲਈ। ਬਹੁਤੀਆਂ ਥਾਵਾਂ 'ਤੇ ਵੇਖੋ ਸਮਾਗਮ 1.5 ਘੰਟੇ ਦਾ ਅੱਧਾ ਘੰਟਾ ਲੀਡਰ ਹੀ ਖਾ ਜਾਂਦੇ ਨੇ। ਸੰਗਤ ਬੈਠੀ ਸੋਚੀ ਜਾਂਦੀ ਵੀ ਅਸੀਂ ਇਹਨਾਂ ਨੂੰ ਸੁਣਨਾ ਹੈ, ਇਹਨਾਂ ਲਈ ਥੋੜ੍ਹਾ ਅਸੀਂ ਆਏ ਹਾਂ। ਪਰ ਸੁਣਾਇਆ ਜਾਂਦਾ ਹੈ ਕਿਉਂਕਿ ਖੁਸ਼ਾਮਦਾਂ ਲਈ ਵੀ ਬਹੁਤ ਕੁਝ ਕਰਨਾ ਪੈਂਦਾ ਹੈ, ਅਤੇ ਬੜੇ ਵੱਡੇ ਦਿਲ ਚਾਹੀਦੇ ਨੇ। ਅੱਗੇ ਦਿੱਲੀ ਕਮੇਟੀ ਦੀਆਂ ਵੋਟਾਂ ਨੇ, ਤੁਸੀਂ ਵੇਖੋ ਕੀ ਹੋਵੇਗਾ। ਮੈਂ ਇਹ ਨਹੀਂ ਕਹਿੰਦਾ, ਪਰ ਇਹਨੂੰ ਅਸੀਂ ਗੁਰਦੁਆਰੇ ਨੂੰ ਕਿਸ ਰੂਪ ਦੇ ਵਿੱਚ ਸਮਝਦੇ ਹਾਂ। ਸਾਡੇ ਲਈ ਇਸ ਚੀਜ਼ ਨੂੰ ਸਮਝਣਾ, ਗੁਰਦੁਆਰੇ ਦਾ ਲੈਵਲ ਕੀ ਹੈ। ਗੁਰੂ ਗ੍ਰੰਥ ਸਾਹਿਬ ਦੀ ਗੱਲ ਹੋ ਰਹੀ ਹੈ ਸੰਗਤ ਦੇ ਵਿੱਚ ਕਿ ਨਹੀਂ ਹੋ ਰਹੀ? 4 ਬੰਦਿਆਂ ਦੀ ਤਾਰੀਫ ਹੀ ਤਾਂ ਨਹੀਂ ਹੋਈ ਜਾ ਰਹੀ ਵੀ ਉਹ ਬੜਾ ਚੰਗਾ ਹੈ, ਆਹ ਬਹੁਤ ਵਧੀਆ, ਖੁਸ਼ਾਮਦਾਂ ਹੀ ਹੋਈ ਜਾ ਰਹੀਆਂ। ਫਿਰ ਸੰਗਤ ਕਾਹਦੀ ਹੋਈ? ਭਾਵੇਂ ਗੁਰਦੁਆਰੇ ਵਿੱਚ ਹੋ ਰਹੀ ਹੈ। ਤੇ ਜਿੱਥੇ ਸਦਾ ਸੱਚ ਧਿਆਵਹਿ ਦਾ ਮਤਲਬ ਹੈ ਉਹਨਾਂ ਬੰਦਿਆਂ ਦੇ ਵਿੱਚ ਬੈਠੋ ਜਿੱਥੇ ਕੇਵਲ ਤੇ ਕੇਵਲ ਸੱਚ ਨੂੰ, ਰੱਬ ਨੂੰ ਧਿਆਇਆ ਜਾ ਰਿਹਾ ਹੈ, ਜਿੱਥੇ ਸਿਰਫ ਰੱਬ ਦੀ ਗੱਲ ਕੀਤੀ ਜਾ ਰਹੀ ਹੈ। ਤੁਸੀਂ 1 ਸਾਲ ਇੱਦਾਂ ਦੀ ਕਥਾ ਸੁਣ ਲਓ, ਇਹੋ 1 ਸਾਲ ਇੱਦਾਂ ਦਾ ਕੀਰਤਨ ਸੁਣ ਲਓ ਜਿਹਦੇ ਵਿੱਚ ਕਿਸੇ ਬੰਦੇ ਦੀ ਗੱਲ ਨਹੀਂ ਹੈ, ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੱਲ ਹੈ। ਮਹਾਰਾਜ ਦੀ ਕਿਰਪਾ ਦੇ ਨਾਲ ਹਜ਼ੂਰੀ 'ਚ ਬਹਿ ਕੇ ਮੈਂ ਕਹਿ ਰਿਹਾ, ਤੁਹਾਡਾ ਐਡਾ ਮਾਈਂਡਸੈਟ ਚੇਂਜ ਹੋ ਜਾਵੇਗਾ। ਜਿਹੜਾ ਬੰਦਾ ਕਿਸੇ ਬੰਦਿਆਂ ਦੀ ਤਾਰੀਫ ਕਰਨ ਲੱਗੇਗਾ ਨਾ, ਤੁਸੀਂ ਕੰਨ ਬੰਦ ਕਰ ਲਓਗੇ ਵੀ ਇਹ ਗੱਲ ਸਾਨੂੰ ਨਹੀਂ ਸੁਣਨੀ, ਅਸੀਂ ਨਹੀਂ ਸੁਣਨੀ ਇਹ ਗੱਲ। ਇਹ ਨੀਵੇਂ ਲੈਵਲ ਦੀਆਂ ਗੱਲਾਂ ਨੇ ਜਿਹਦੇ ਵਿੱਚ ਅਸੀਂ ਇਹ ਗੱਲ ਚੱਲਦੀ ਹੈ ਵੀ ਤੂੰ ਮੈਨੂੰ ਮੁੱਲਾ ਕਹਿ ਤੇ ਮੈਂ ਤੈਨੂੰ ਕਾਜੀ ਕਹੂੰਗਾ। ਇਹ ਆਮ ਜਿਹੇ ਲੈਵਲ ਦੀ ਗੱਲ ਹੈ, ਅੱਗੇ ਕੁਝ ਵੀ ਨਹੀਂ ਹੈ ਇਹਨਾਂ ਚੀਜ਼ਾਂ ਦਾ। ਹਜ਼ੂਰ ਕਹਿੰਦੇ ਸੰਗਤ ਦੇ ਵਿੱਚ ਬੈਠ ਕੇ ਬਾਣੀ ਗਾ। ਕਿਹੜੀ ਬਾਣੀ? ਜਿਹੜੀ ਖੁਸ਼ੀ ਦਾ ਗੀਤ ਹੈ, ਅਤੇ ਉੱਥੇ ਗਾ ਜਿੱਥੇ ਬੈਠ ਕੇ ਤੈਨੂੰ ਹਰ ਵੇਲੇ ਆਨੰਦ ਆਵੇ, ਅਤੇ ਜਿੱਥੇ ਰੱਬ ਦੀ ਮਰਜ਼ੀ ਚੱਲਦੀ ਪਈ ਹੈ, ਜਿੱਥੇ ਗੁਰੂ ਦੀ ਮਰਜ਼ੀ ਚੱਲਦੀ ਪਈ ਹੈ। ਪਰ ਗੁਰੂ ਸਾਹਿਬ ਨੇ ਅੱਗੇ ਗੱਲ ਕੀਤੀ ਹੈ, ਸੱਚੋ ਧਿਆਵੇਂ ਜਾਂ ਤੁਧ ਭਾਵੇਂ। ਮਹਾਰਾਜ ਜੀ ਤੈਨੂੰ ਵੀ ਤੇ ਰੱਬ ਤੈਨੂੰ ਵੀ ਤੇ ਲੋਕੀ ਤਿਆਂ ਹੀ ਧਿਆ ਸਕਦੇ ਜਿਹਨੇ ਤੈਨੂੰ ਚੰਗਾ ਲੱਗੇ। ਸੱਚੋ ਧਿਆਵੇਂ ਜਾਂ ਤੁਧ ਭਾਵੇਂ, ਗੁਰਮੁਖ ਜਿਨ੍ਹਾਂ ਬੁਝਾਵੇ, ਜਿਨ੍ਹਾਂ ਨੂੰ ਗੁਰੂ ਦੀ ਰਾਹੀਂ ਤੂੰ ਸਮਝ ਦੇ ਦਿੰਦਾ ਹੈ। ਤੁਸੀਂ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਵੀ ਅਸੀਂ ਕਹੀਏ ਵੀ ਆਹ ਚੀਜ਼ ਰੋਕੋ ਅਤੇ ਆਹ ਚੀਜ਼ ਕਰੋ। ਇਹਨੂੰ ਖੁਦ ਆਪਣਾ ਐਨਾਲਿਸਿਸ ਕਰਕੇ ਵੇਖ ਲੈਣਾ। ਐਨਾਲਿਸਿਸ ਵੀ ਗੁਰਦੁਆਰਿਆਂ ਦੇ ਵਿੱਚ ਜਿਹੜਾ ਦੀਵਾਨ ਹੁੰਦਾ ਹੈ ਉਹਦੇ ਵਿੱਚ ਕਥਾ ਕਿਵੇਂ ਦੀ ਹੁੰਦੀ ਹੈ, ਕਿਉਂਕਿ ਕਥਾ ਹੀ ਬਾਹਰ ਹੈ। ਕੀਰਤਨ ਤੇ ਲਗਭਗ ਉਹੀ ਹੋਵੇਗਾ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੈ। ਰਾਗੀ ਆਪਣੀ ਮਰਜ਼ੀ ਨਾਲ ਕੁਝ ਬੋਲ ਨਹੀਂ ਸਕਦਾ। ਪਾਠ ਵੀ ਲਗਭਗ ਉਹੀ ਹੋਵੇਗਾ। ਰਹਿ ਤੇ ਲੈਕਚਰ ਤੇ ਕਥਾ ਹੀ ਜਾਵੇਗੀ ਨਾ ਵੀ ਉਹ ਕਥਾ ਕਿਹੜੀ ਹੋ ਰਹੀ ਹੈ। ਅੱਜ ਮੈਂ ਇਸ ਕਥਾ ਨੂੰ ਬਦਲ ਕੇ ਤੇ ਮੈਂ ਕੱਲ੍ਹ ਨੂੰ ਕਹਿ ਦੇਵਾਂ, ਜਿੱਦਾਂ ਮੈਂ ਅਕਸਰ ਇਸ ਗੱਲ ਨੂੰ ਕਹਿੰਦਾ ਹੁੰਦਾ ਵੀ ਅਜੇ ਤਾਂ ਚਲੋ ਅਸੀਂ ਬੜਾ ਇਸ ਪਾਸੇ ਤੋਂ ਬਚੇ ਹਾਂ, ਮਹਾਰਾਜ ਦਾ ਸ਼ੁਕਰਾਨਾ ਹੈ ਵੀ ਅਸੀਂ ਕੱਲ੍ਹ ਨੂੰ ਕਹਿ ਦਈਏ ਵੀ ਫਲਾਣਾ ਨਹੀਂ ਚੰਗਾ, ਢਿੰਗੜਾ ਨਹੀਂ ਚੰਗਾ। ਤੁਸੀਂ 2 ਦਿਨ ਨਹੀਂ ਸੁਣੋਗੇ, ਮੈਨੂੰ ਇਸ ਗੱਲ ਦਾ ਯਕੀਨ ਹੈ। ਤੁਸੀਂ 2 ਦਿਨ ਨਹੀਂ ਸੁਣੋਗੇ। ਕਿਉਂ? ਤੁਸੀਂ ਰੋਜ਼ ਇਹ ਥੋੜ੍ਹਾ ਸੁਣਨ ਆਉਂਦੇ ਜੇ ਵੀ ਉਹ ਚੰਗਾ ਨਹੀਂ ਤੇ ਆਹ ਚੰਗਾ। ਪਤਾ ਲੱਗ ਗਿਆ, ਗੱਲ ਖਤਮ ਹੋ ਗਈ ਹੈ। ਹੁਣ ਅਗਲੀ ਗੱਲ ਕਰੋ ਨਾ ਵੀ ਚੰਗੇ ਮਾੜੇ ਹੋਣ ਤੋਂ ਅੱਗੇ ਕਿਹੜੀਆਂ ਗੱਲਾਂ ਨੇ। ਇਸ ਕਰਕੇ ਬਹੁਤੀ ਵਾਰ ਬੰਦੇ ਬੈਠਦੇ ਹੀ ਉੱਠ ਕੇ ਚਲੇ ਜਾਂਦੇ ਨੇ। ਕਿਉਂ? ਵੀ ਲੱਗ ਗਿਆ ਬੇਇੱਜ਼ਤੀ ਕਰਨ, ਹੁਣ ਬਸ ਇਹਨੇ ਇਹੋ ਕੁਝ ਹੀ ਕਰਨਾ। ਔਰ ਇੰਨੇ ਗੁੱਸੇ ਦੇ ਵਿੱਚ, ਇੰਨੇ ਸਾੜੇ ਦੇ ਵਿੱਚ ਬੋਲ ਅੰਦਰੋਂ ਨਿਕਲਦੇ ਪਏ ਨੇ ਵੀ ਪਤਾ ਨਹੀਂ ਕਿਹੜਾ ਵੈਰ ਲੈਣਾ ਹੈ। ਵੱਖਰੀ ਗੱਲ ਹੈ ਉਹਦੇ ਕੋਲ ਕਿਰਪਾਨਾਂ ਨਹੀਂ, ਨੂੰ ਮਾਈਕ ਤੋਂ ਵੈਰ ਲਈ ਜਾ ਰਹੇ ਲੋਕਾਂ ਦੇ ਨਾਲ। ਸਿੱਧੀਆਂ ਧਮਕੀਆਂ ਦੇਈ ਜਾਂਦੇ ਨੇ ਮਾਈਕਾਂ 'ਤੇ ਬੈਠੇ। ਕੀ ਬੰਦਾ ਕਰੇਗਾ? ਔਰ ਗੱਲ ਕੀ ਕਰਦੇ ਪਏ ਨੇ? ਬਾਣੀ ਪੜ੍ਹਿਆਂ ਸ਼ਾਂਤੀ ਆ ਜਾਂਦੀ ਹੈ। ਉਹ ਅਗਲਾ ਸੋਚਦਾ ਵੀ ਤੁਸੀਂ ਪੜ੍ਹਦੇ, ਤੁਹਾਡੇ 'ਚ ਤਾਂ ਸ਼ਾਂਤੀ ਆਈ ਨਹੀਂ, ਤੁਸੀਂ ਲੋਕਾਂ ਨੂੰ ਕੋਈ ਝੂਠ ਬੋਲੀ ਜਾਂਦੇ। ਇਹਦਾ ਮਤਲਬ ਹੈ ਵੀ ਉਹ ਇੱਦਾਂ ਦਾ ਝੂਠ ਬੋਲਦੇ ਪਏ ਨੇ, ਆਪਣੇ ਵੱਲੋਂ ਤਾਂ ਸੱਚ ਬੋਲਦੇ ਪਏ, ਪਰ ਉਸ ਸੱਚ ਦਾ ਉਹਨਾਂ ਨੂੰ ਵੀ ਨਹੀਂ ਪਤਾ। ਉਸ ਸੱਚ ਦਾ ਹੀ ਉਹਨਾਂ ਨੂੰ ਵੀ ਨਹੀਂ ਪਤਾ ਵੀ ਇੱਦਾਂ ਵਾਕਿਆ ਹੀ ਹੋ ਜਾਂਦਾ। ਤੁਸੀਂ ਸੁਣ ਲੈਣਾ, ਮੈਂ ਤਾਂ ਸੁਣਦਾ ਹੁੰਦਾ, ਮੈਂ ਤਾਂ ਕਰਕੇ ਕਹਿੰਦਾ ਹੁੰਦਾ। ਅਤੇ ਮੈਨੂੰ ਮਾफ़ ਕਰਿਓ, ਇਹ ਦਾਵਾ ਨਹੀਂ ਹੈ। ਮੈਂ ਕੀ ਹਾਂ ਪਤਾ ਨਹੀਂ, ਤੁਸੀਂ ਕੀ ਵੇਖ ਕੇ ਸੁਣਨ ਆ ਜਾਂਦੇ ਜੇ। ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਸੁਣ ਦਿੰਦੇ ਜੇ। ਮੈਂ ਤਾਂ ਕੁਝ ਵੀ ਨਹੀਂ ਹੈ ਇਹਦੇ ਵਿੱਚ। ਮੈਂ ਤਾਂ ਅੱਜ ਹਾਂ ਤੇ ਹੋ ਸਕਦਾ ਕੱਲ੍ਹ ਨੂੰ ਨਾ ਹੋਵਾਂ। ਅਜੇ ਤੱਕ ਹੁਣ ਦਾ ਜੋ ਮੇਰਾ ਲੈਵਲ ਹੈ, ਮੈਂ ਸਿਰਫ ਅਤੇ ਸਿਰਫ ਗਿਆਨੀ ਤਰਜੀਤ ਸਿੰਘ ਅਤੇ ਗਿਆਨੀ ਸੰਤ ਸਿੰਘ ਮਸਕੀਨ, ਇਹ 2 ਜਾਣਿਆਂ ਨੂੰ ਸੁਣ ਸਕਦਾ ਹਾਂ। ਤੀਜਾ ਬੰਦਾ ਵੱਧ ਤੋਂ ਵੱਧ ਗਿਆਨੀ ਪਿੰਦਰਪਾਲ ਸਿੰਘ। ਇਹਨਾਂ ਬੰਦਿਆਂ ਨੂੰ ਮੈਂ ਥੋੜ੍ਹਾ ਸੁਣ ਸਕਦਾ। ਇਹ ਨਹੀਂ ਕਿ ਬਾਕੀਆਂ ਨੂੰ ਮੈਂ ਸੁਣਦਾ ਨਹੀਂ ਹਾਂ, ਕੁਝ ਬਹੁਤ ਵਧੀਆ ਨੇ ਉਹਨਾਂ ਦੇ ਵਿੱਚ। ਪਰ ਇਹ ਜਿਹੜੇ ਸਾਹਮਣੇ ਆਏ ਬੰਦੇ, ਇਹਨਾਂ ਦੇ ਵਿੱਚੋਂ ਇਹ 3 ਕੁ ਬੰਦੇ ਨੇ, ਮੈਂ ਨਾਮ ਲੈ ਰਿਹਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ, ਵੀ ਜਿਨ੍ਹਾਂ ਨੂੰ ਸੁਣ ਲੈਣਾ ਚਾਹੀਦਾ, ਜਿਹੜੇ ਵਾਕਿਆ ਹੀ ਤੁਹਾਨੂੰ ਕਿਸੇ ਪਾਸੇ ਲਗਾ ਸਕਦੇ ਨੇ। ਫਿਰ ਹੋਰ ਵੀ ਹੈਗੇ ਨੇ, ਮੈਂ ਉਹਨਾਂ ਦੇ ਨਾਮ ਨਹੀਂ ਲਵਾਂਗਾ। ਤੁਸੀਂ ਸੁਣ ਲਓ, ਮਹੀਨੇ ਕੁ ਬਾਅਦ ਤੁਸੀਂ ਇੱਕ ਦੂਜੇ ਨੂੰ ਇੱਦਾਂ ਹੀ ਵੇਖੋਗੇ ਵੀ ਆਹ ਵੀ ਗਲਤ ਹੈ ਅਤੇ ਆਹ ਵੀ ਗਲਤ ਹੈ, ਆਹ ਵੀ ਸ਼ੱਕ ਵਾਲਾ ਅਤੇ ਆਹ ਵੀ ਸ਼ੱਕ ਵਾਲਾ। ਤਾਂ ਤੁਹਾਨੂੰ ਇੱਦਾਂ ਦੇ ਬੰਦੇ ਨਜ਼ਰ ਆਉਣਗੇ ਸਾਰੇ। ਤੁਹਾਨੂੰ ਬੈਠਿਆਂ ਵੀ ਕਦੀ ਇੱਦਾਂ ਹੀ ਲੱਗੇਗਾ ਵੀ ਆਹ ਤਾਂ ਮੇਰੇ ਧੜੇ ਦਾ ਬੰਦਾ ਹੀ ਨਹੀਂ।
ਆਹ ਤਾਂ ਮੇਰੀ ਪਾਰਟੀ ਦਾ ਬੰਦਾ ਹੀ ਨਹੀਂ, ਆਹ ਤਾਂ ਮੇਰੀ ਜਥੇਬੰਦੀ ਦਾ ਬੰਦਾ ਹੀ ਨਹੀਂ। ਤੁਸੀਂ ਪੱਗਾਂ ਤੋਂ ਲੜਾਈ ਕਰ ਲਵੋਗੇ ਇੱਕ ਦੂਜੇ ਨਾਲ, ਇਹਦੀ ਪੱਗ ਮੇਰੇ ਨਾਲ ਨਹੀਂ ਮਿਲਦੀ, ਇਹਦੇ ਕੱਪੜੇ ਮੇਰੇ ਨਾਲ ਨਹੀਂ ਮਿਲਦੇ। ਸੁਣ ਲਓ, ਤੁਸੀਂ ਜਿਹਨੂੰ ਮਰਜ਼ੀ ਸੁਣ ਲਓ, ਮਹੀਨਾ ਸੁਣ ਕੇ ਵੇਖ ਲੈਣਾ ਵੀ ਤੁਹਾਡੀ ਜ਼ਿੰਦਗੀ 'ਚ ਕੀ ਬਦਲਾਅ ਆ ਗਿਆ। ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਇਹ ਵੀ ਤੇ ਉਹਨਾਂ ਦੀ ਝੋਲੀ ਦੇ ਵਿੱਚ ਪੈਂਦਾ ਹੈ ਜਿਹਨੂੰ ਤੂੰ ਸਮਝ ਦਿੰਦਾ ਹੈ। ਮੈਂ ਕੱਲ੍ਹ ਸ਼ਾਇਦ ਬੇਨਤੀ ਕੀਤੀ ਸੀ, ਨਹੀਂ ਪਰਸੋਂ ਵਾਲੇ ਇਹ ਸ਼ਬਦ ਦੇ ਵਿੱਚ ਵਿਚਾਰ ਸੀ ਵੀ ਆਪਣੇ ਸੁਣਨ ਦਾ ਟੇਸਟ। ਤੁਹਾਡੀ ਜ਼ਿੰਦਗੀ ਬੜੀ ਕੀਮਤੀ ਹੈ, ਤੁਹਾਡੇ 24 ਘੰਟੇ ਬੜੇ ਕੀਮਤੀ ਨੇ। ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਤਰਲੇ ਮਾਰ ਕੇ ਤੁਹਾਨੂੰ ਇਹ ਕਹਿੰਦਾ ਹਾਂ, ਜਿੱਦਣ ਮੇਰੀ ਗੱਲ ਤੁਹਾਨੂੰ ਪਸੰਦ ਨਹੀਂ ਆਵੇਗੀ, ਜੇ ਮੇਰੀ ਹੋਵੇਗੀ ਤੇ ਆਪਣੀ ਅਕਲ ਮੈਂ ਵਰਤਦਾ ਪਿਆ ਹੋਵਾਂਗਾ, ਤੁਸੀਂ ਉਦਣ ਇਹਨੂੰ ਛੱਡ ਕੇ ਤੇ ਗੁਰਦੁਆਰੇ ਵਿੱਚ ਬੈਠ ਕੇ ਆਪਣਾ ਟਾਈਮ ਕਿਸੇ ਹੋਰ ਤਰੀਕੇ ਨਾਲ ਸਫਲਾ ਕਰ ਲੈਣਾ। ਕਿਤੇ ਮੇਰੇ ਉੱਤੇ ਇਸ ਗੱਲ ਦਾ ਬਲੇਮ ਨਾ ਆ ਜਾਵੇ ਵੀ ਮੈਂ ਤੁਹਾਡਾ ਟਾਈਮ ਖਾਂਦਾ ਹਾਂ। ਮੈਨੂੰ ਮਾफ़ ਕਰਿਓ, ਮੇਰੇ ਲਈ ਤੇ 45 ਮਿੰਟ ਨੇ, ਤੁਹਾਡੇ ਲਈ 45 ਮਿੰਟ ਨਹੀਂ, ਤੁਹਾਡੇ ਇਕੱਲੇ ਦੇ 45 ਮਿੰਟ ਮੇਰੇ ਵਿੱਚ ਕਾਊਂਟ ਹੋ ਰਹੇ ਨੇ। ਅਤੇ ਮੈਂ ਹੰਕਾਰ ਨਹੀਂ ਕਰਦਾ ਵੀ ਮੈਂ ਤੁਹਾਨੂੰ ਗੱਲਾਂ ਸੁਣਾਉਣਾ ਹਾਂ। ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਸੁਣਨ ਆਉਂਦੇ ਜੇ, ਕੱਲ੍ਹ ਨੂੰ ਇੱਥੇ ਮੈਂ ਨਹੀਂ ਬੈਠਾ ਹੋਵਾਂਗਾ, ਲੋਕ ਹੋਰ ਹੋਣਗੇ, ਤੁਸੀਂ ਫਿਰ ਵੀ ਆਓਗੇ ਕਿਉਂਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਲਈ ਆਉਂਦੇ ਜੇ। ਹਜ਼ੂਰ ਕਹਿ ਰਹੇ ਨੇ ਮਹਾਰਾਜ ਇਹ ਵੀ ਤਾਂ ਸਮਝ ਆਉਂਦੀ ਹੈ ਸਾਨੂੰ ਜੇ ਤੂੰ ਸਮਝ ਦੇਵੇਂ ਵੀ ਕਿਹਨਾਂ ਦੇ ਕੋਲ ਬੈਠਣਾ ਹੈ ਅਤੇ ਕਿਹਨਾਂ ਦੇ ਕੋਲ ਨਹੀਂ ਬੈਠਣਾ, ਕਿਹਨਾਂ ਦੀਆਂ ਗੱਲਾਂ ਸੁਣਨੀਆਂ ਅਤੇ ਕਿਹਨਾਂ ਦੀਆਂ ਗੱਲਾਂ ਨਹੀਂ ਸੁਣਨੀਆਂ। ਗੁਰਮੁਖ ਜਿਨਾ ਬੁਝਾਵਹਿ ਇਹ ਸੱਚ ਸਭਨਾ ਕਾ ਖਸਮ ਹੈ। ਇੱਥੇ ਸੱਚ ਦਾ ਭਾਵ ਹੈ ਵਾਹਿਗੁਰੂ ਨੇ, ਇਹ ਵਾਹਿਗੁਰੂ ਹੀ ਸਾਰਿਆਂ ਦਾ ਖਸਮ ਹੈ। ਖਸਮ ਦਾ ਅਰਥ ਮਾਲਕ, ਆਗੂ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵਹਿ। ਸਤਿਗੁਰੂ ਕਹਿੰਦੇ ਜਿਸ ਨੂੰ ਰੱਬ ਆਪਣੇ ਬਾਰੇ ਸਮਝ ਦਿੰਦਾ ਹੈ, ਰੱਬ ਆਪਣੇ ਬਾਰੇ ਜਾਣਕਾਰੀ ਦਿੰਦਾ ਹੈ, ਉਹੀ ਹਜ਼ੂਰ ਕਹਿੰਦੇ ਨੇ ਇਸ ਸੱਚ ਨੂੰ ਸਮਝਦੇ ਨੇ, ਰੱਬ ਨੂੰ ਸਮਝਦੇ ਨੇ। ਨਹੀਂ ਤਾਂ ਸਾਡੀਆਂ ਕਥਾ ਦੇ ਵਿੱਚ ਰੱਬ ਦੀ ਗੱਲ ਤਾਂ ਖਤਮ ਹੀ ਹੋ ਚੁੱਕੀ ਹੈ ਲਗਭਗ। ਸਾਡੀਆਂ ਕਥਾ ਦੇ ਵਿੱਚ ਕਿੰਨੀ ਕੁ ਰੱਬ ਦੇ ਬਾਰੇ ਗੱਲ ਹੋ ਰਹੀ ਹੈ, ਕਿੰਨੀ ਕੁ ਸਾਡੀਆਂ ਕਥਾ ਦੇ ਵਿੱਚ ਬਾਣੀ ਦੇ ਬਾਰੇ ਗੱਲ ਹੋ ਰਹੀ ਹੈ? ਕੋਈ ਨਹੀਂ ਹੋ ਰਹੀ। ਬਸ ਆਸਰਾ ਹੀ ਬਾਣੀ ਦਾ ਲਿਆ ਜਾ ਰਿਹਾ ਹੈ। ਗੱਲਾਂ ਤਾਂ ਆਪਣੀ ਅਕਲ ਦੀਆਂ ਕੀਤੀਆਂ ਜਾ ਰਹੀਆਂ, ਗੱਲਾਂ ਆਪਣੀ ਮਰਜ਼ੀ ਦੀਆਂ ਕੀਤੀਆਂ ਜਾ ਰਹੀਆਂ। ਜਿਸ ਬਖਸ਼ੇ ਸੋ ਜਨ ਪਾਵਹਿ ਕਹੈ ਨਾਨਕ, ਨਾਨਕ ਆਖਦਾ ਹੈ, ਭਾਵ ਕਿ ਗੁਰੂ ਅਮਰਦਾਸ ਸਾਹਿਬ ਮਹਾਰਾਜ ਆਖਦੇ ਨੇ ਸੱਚ ਸੁਹੇਲਾ। ਆਹ ਜਿਹੜਾ ਸੱਚਾ ਖੁਸ਼ੀ ਦਾ ਗੀਤ ਹੈ, ਜਿਹੜੀ ਬਾਣੀ ਹੈ ਨਾ, ਸੱਚਾ ਕਰ ਗਾਵਹਿ, ਇਹਨੂੰ ਸੰਗਤ ਦੇ ਵਿੱਚ ਬੈਠ ਕੇ ਗਾਓ। ਕਿਹੜੀ ਸੰਗਤ ਦੇ ਵਿੱਚ? ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਖਾਣੀ ਹੈ, ਜਿੱਥੇ ਕੇਵਲ ਰੱਬ ਦੇ ਨਾਮ ਦੀ ਗੱਲ ਹੋ ਰਹੀ ਹੈ। ਫਿਰ ਇਸ ਸੰਗਤ ਵਾਲੇ ਮਾਹੌਲ ਨੂੰ ਆਪਣੇ ਘਰ ਦੇ ਵਿੱਚ ਲੈ ਕੇ ਜਾਣ ਦੀ ਕੋਸ਼ਿਸ਼ ਕਰੋ ਕਿ ਹਾਂ ਜਿੱਦਾਂ ਇੱਥੇ ਰੱਬੀ ਮਾਹੌਲ ਬਣਿਆ ਹੁੰਦਾ ਨਾ, ਉੱਦਾਂ ਇਸ ਮਾਹੌਲ ਨੂੰ ਮੈਂ ਆਪਣੇ ਘਰ ਦੇ ਵਿੱਚ ਲੈ ਕੇ ਜਾਣਾ ਹੈ। ਇਹਨੂੰ ਹੀ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋਆ। ਵੀ ਬਾਬਾ ਕੀ ਕਰਦਾ ਹੈ? ਬਾਬਾ ਜਿਨ੍ਹਾਂ ਨੂੰ ਸਿੱਖੀ ਦੀ ਦਾਤ ਬਖਸ਼ ਦਿੰਦਾ, ਕਹਿੰਦੇ ਉਹਨਾਂ ਦਾ ਘਰ ਹੀ ਧਰਮਸ਼ਾਲਾ ਬਣ ਜਾਂਦਾ, ਘਰ ਹੀ ਗੁਰਦੁਆਰਾ ਬਣ ਗਿਆ। ਅਤੇ ਜਿਨ੍ਹਾਂ ਦਾ ਘਰ ਹੀ ਗੁਰਦੁਆਰਾ ਬਣ ਗਿਆ, ਉਹਦੇ ਤੋਂ ਵੇਖੋ ਹੋਰ ਨਜ਼ਾਰੇ ਵਾਲੀ ਗੱਲ ਕੀ ਹੋ ਸਕਦੀ ਹੈ। ਇਸ ਕਰਕੇ ਮੁੱਖ ਵਿਚਾਰ ਇਹ ਸਮਝੀ ਹੈ ਇਸ ਪੌੜੀ ਦੇ ਵਿੱਚੋਂ ਕਿ ਇੱਕ ਤਾਂ ਬਾਣੀ ਨੂੰ ਇਸ ਪਾਸੇ ਤੋਂ ਕਦੀ ਨਹੀਂ ਸਮਝਣਾ ਵੀ ਆਹ ਬਾਣੀ ਚੰਗੀ ਅਤੇ ਆਹ ਬਾਣੀ ਜਿਹੜੀ ਹੈ ਇਹ ਉਹਦੇ ਨਾਲੋਂ ਮਾੜੀ ਹੈ, ਇੱਦਾਂ ਨਹੀਂ ਸਮਝਣਾ। ਜੇ ਕੋਈ ਸਮਝਾਉਂਦਾ ਹੈ ਤਾਂ ਉਹ ਵੀ ਗਲਤ ਹੈ। ਦੂਸਰਾ ਪਾਸਾ, ਸੰਗਤ ਦੇ ਵਿੱਚ ਬੈਠ ਕੇ ਇਸ ਬਾਣੀ ਨੂੰ ਗਾਉਣਾ ਸਿੱਖਣਾ, ਰੱਬ ਦੇ ਪਿਆਰਿਆਂ ਦੇ ਕੋਲ ਬੈਠਣਾ। ਜਿਹੜਾ ਬੰਦਾ ਤੁਹਾਨੂੰ ਬਾਣੀ ਦੀ ਸਮਝ ਦਿੰਦਾ ਹੈ, ਉਹਦੇ ਕੋਲ ਜਾ ਕੇ ਬੈਠਣਾ, ਉਹਦੀਆਂ ਗੱਲਾਂ ਨੂੰ ਸੁਣਨਾ। ਤੀਸਰਾ ਪਾਸਾ ਫਿਰ ਇਹ ਹੈ ਕਿ ਮਾਲਕ ਸਮਝ ਦੇਵੇ ਅਤੇ ਇਸ ਬਾਣੀ ਨੂੰ ਸਿੱਖਣਾ ਹੈ ਅਤੇ ਬਾਣੀ ਨੂੰ ਸਮਝਣਾ ਹੈ ਅਤੇ ਵਾਰ-ਵਾਰ ਸੰਗਤ ਦੇ ਵਿੱਚ ਹਾਜ਼ਰੀ ਭਰਨੀ ਹੈ, ਤਾਂ ਕਿ ਇੱਕ ਦੂਸਰੇ ਦੇ ਵੱਲ ਵੇਖ ਕੇ ਸਾਨੂੰ ਬਾਣੀ ਸਮਝਣ ਦੀ ਜਾਚ ਆਵੇ ਵੀ ਮੈਂ ਉਹਦੇ ਵਰਗਾ ਬਣਨਾ ਹੈ। ਤਿਨਾ ਦੇਖ ਮਨ ਚਾਉ ਉਠੰਦਾ, ਹਉ ਕਦ ਪਾਈ ਗੁਣ ਤਾਸਾ। ਇੱਕ ਦੂਜੇ ਦੇ ਵੱਲ ਵੇਖ ਕੇ ਚਾਅ ਜਿਹੜਾ ਮਨ ਦੇ ਵਿੱਚ ਪੈਦਾ ਹੁੰਦਾ। ਹੁਣ ਇੱਥੇ ਇਸ ਗੱਲ ਦੀ ਮਹਾਰਾਜ ਨੇ ਸਮਾਪਤੀ ਕਰ ਦਿੱਤੀ ਹੈ। ਆਖਰੀ ਪੌੜੀ ਜਿਹੜੀ ਹੈ ਆਨੰਦ ਸਾਹਿਬ ਦੀ, ਸਤਿਗੁਰੂ ਕਹਿੰਦੇ ਅਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਮੈਂ ਇਹਨੂੰ ਆਨੰਦ ਪੜ੍ਹਦਾ ਹਾਂ, ਕਈ ਇਹਨੂੰ ਆਨੰਦ ਪੜ੍ਹਦੇ ਨੇ। ਆਨੰਦ ਮੈਂ ਇਸ ਕਰਕੇ ਪੜ੍ਹਦਾ ਹਾਂ ਕਿ ਤੇਜ਼ ਕੀਰਤਨ ਦੇ ਵਿੱਚ ਕਿਸੇ ਵੇਲੇ ਜਦੋਂ ਅਸੀਂ ਕੀਰਤਨ ਕਰਦੇ ਹਾਂ, ਫਿਰ ਬਹੁਤੇ ਐੜਾ ਪੜ੍ਹਦੇ ਨੇ, ਫਿਰ ਆਨੰਦ ਸੁਣੋ ਵਡ ਭਾਗੀ ਹੋਈ ਪੜ੍ਹ ਜਾਂਦੇ ਨੇ, ਐੜਾ ਲਾਉਂਦੇ ਹੀ ਨਹੀਂ ਨੇ। ਅਤੇ ਉਹ ਟਿੱਪੀ ਛੱਡ ਕੇ ਅਤੇ ਜੇ ਐੜਾ ਧਿਆਨ ਦੇ ਨਾਲ ਲਗਾਇਆ ਜਾਵੇ ਤਾਂ ਬੜੀ ਵਧੀਆ ਗੱਲ ਹੈ। ਇਹ ਅਰਥ ਲਗਭਗ ਆਨੰਦ ਹੀ ਨੇ, ਪਰ ਮੈਂ ਇਹਨੂੰ ਗੁਰੂ ਬਖਸ਼ਿਸ਼ ਦੇ ਨਾਲ ਮੈਂ ਆਨੰਦ ਹੀ ਪੜ੍ਹਦਾ ਹਾਂ। ਦੋਵੇਂ ਪਾਠ ਸਹੀ ਨੇ, ਤੁਸੀਂ ਇਹ ਨਾ ਸੋਚਣਾ ਵੀ ਸਹੀ ਕਿਹੜਾ ਹੈ ਇਹਦੇ ਵਿੱਚੋਂ, ਇਹ ਦੋਵੇਂ ਹੀ ਸਹੀ ਨੇ। ਗੁਰਬਾਣੀ ਦੇ ਵਿੱਚ ਆਨੰਦ ਲਫ਼ਜ਼ ਵੀ ਆਇਆ ਹੈ, ਆਨੰਦ ਲਫ਼ਜ਼ ਵੀ ਆਇਆ ਹੈ। ਸਤਿਗੁਰੂ ਕਹਿੰਦੇ ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਮਹਾਰਾਜ ਕਹਿੰਦੇ ਆਨੰਦ ਹੈ ਕੀ ਹੈ? ਜੇ ਸਾਨੂੰ ਕੋਈ ਪੁੱਛੇ ਵੀ ਆਨੰਦ ਕੀ ਹੈ,
ਤੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਆਨੰਦ ਕੀ ਹੈ? ਵੱਡਿਆਂ ਭਾਗਾਂ ਵਾਲਿਓ ਸੁਣੋ ਇਸ ਗੱਲ ਨੂੰ। ਸਗਲ ਮਨੋਰਥ ਪੂਰੇ। ਆਨੰਦ ਉਹ ਤੁਹਾਡੀ ਅਵਸਥਾ ਹੈ ਜਿਹਦੇ ਵਿੱਚ ਤੁਹਾਡੇ ਮਨ ਦੇ ਵਿੱਚ ਕੋਈ ਭੁੱਖ ਨਹੀਂ ਰਹਿ ਗਈ, ਤੁਹਾਡੇ ਸਾਰੇ ਮਨੋਰਥ ਪੂਰੇ ਹੋ ਚੁੱਕੇ ਨੇ, ਤੁਹਾਡੀ ਇੱਛਾ ਕੋਈ ਨਹੀਂ ਰਹਿ ਗਈ, ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਚੁੱਕੀਆਂ ਨੇ। ਤੁਸੀਂ ਇੰਨਾ ਰੱਜੇ ਹੋਏ ਬੈਠੇ ਜੇ ਵੀ ਤੁਹਾਨੂੰ ਕੋਈ ਹਿਲਾ ਨਹੀਂ ਸਕਦਾ। ਤੁਸੀਂ ਇੰਨੇ ਤ੍ਰਿਪਤ ਹੋ ਕੇ ਬੈਠੇ ਜੇ ਵੀ ਮੈਂ ਸੰਤੁਸ਼ਟ ਹੋ ਚੁੱਕਾ ਹਾਂ ਆਪਣੀ ਜ਼ਿੰਦਗੀ ਤੋਂ। ਸਤਿਗੁਰੂ ਕਹਿੰਦੇ ਉਹ ਆਨੰਦ ਹੈ। ਕੀ ਹੈ ਆਨੰਦ? ਸਗਲ ਮਨੋਰਥ ਪੂਰੇ, ਜਿਹਦੇ ਵਿੱਚ ਤੁਹਾਡੀ ਮਨ ਦੀ ਵਿੱਚ, ਹੁਣ ਵੇਖੋ ਅਸੀਂ ਬੈਠੇ ਹੋਏ ਹਾਂ ਨਾ ਸਾਰੇ, ਇਹ ਸੌਖਾ ਸਮਝਣਾ ਹੋ ਜਾਵੇਗਾ। ਅਸੀਂ ਕਈ ਨਾ ਮੰਗ ਲੈ ਕੇ ਬੈਠੇ ਹੋਏ ਹਾਂ। ਜਿਹੜੇ ਨਹੀਂ ਲੈ ਕੇ ਬੈਠੇ ਹੋਏ, ਨਮਸਕਾਰ ਉਹਨਾਂ ਦੇ ਚਰਨਾਂ ਦੇ ਉੱਤੇ। ਮਹਾਰਾਜ ਇੱਦਾਂ ਹੋ ਜਾਵੇ, ਗੁਰਦੁਆਰੇ ਆਉਣ ਪਿੱਛੇ ਵੀ ਸਾਡਾ ਕਿਤੇ ਨਾ ਕਿਤੇ ਇੱਕ ਦਾ ਪਰਪਸ ਹੋਵੇਗਾ ਵੀ ਆਹ ਚੀਜ਼ ਹੋ ਜਾਵੇ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸ ਕਰੀਏ। ਸਾਰੇ ਕਰਦੇ ਹਾਂ, ਕੋਈ ਬੁਰਾਈ ਨਹੀਂ ਹੈ ਇਹਦੇ ਵਿੱਚ। ਪਰ ਹੁਣ ਸਾਡੇ ਮਨ ਦੇ ਵਿੱਚ ਕਈ ਮਨੋਰਥ ਚੱਲਦੇ ਪਏ ਨੇ, ਕਈ ਗੱਲਾਂ ਚੱਲਦੀਆਂ ਪਈਆਂ ਨੇ, ਇੱਦਾਂ ਹੋ ਜਾਵੇ, ਇੱਦਾਂ ਹੋ ਜਾਵੇ, ਜੋ ਮੈਂ ਆਪਣੀਆਂ ਇੱਛਾ ਲੈ ਕੇ ਆਇਆ ਹਾਂ। ਪਰ ਸਤਿਗੁਰੂ ਕਹਿੰਦੇ ਇੱਕ ਦਿਨ ਇੱਦਾਂ ਦਾ ਹੋਵੇ, ਮੈਂ ਆ ਕੇ ਬੈਠਾ ਹੋਵਾਂ, ਕੋਈ ਆ ਕੇ ਬੈਠਾ ਹੋਵੇ ਅਤੇ ਮਨ ਦੇ ਵਿੱਚ ਇੱਛਾ ਹੀ ਨਹੀਂ ਵੀ ਕੀ ਚਾਹੀਦਾ ਹੈ, ਕੁਝ ਨਹੀਂ ਚਾਹੀਦਾ, ਮੈਂ ਰੱਜਿਆ ਪਿਆ ਹਾਂ, ਕੁਝ ਚਾਹੀਦਾ ਹੀ ਨਹੀਂ। ਇਹਨੂੰ ਸਤਿਗੁਰੂ ਪਤਾ ਕੀ ਕਹਿੰਦੇ ਨੇ? ਸਾਡਾ ਸਮਾਂ ਨੇੜੇ ਹੋ ਜਾਵੇਗਾ, ਮੈਂ ਸ਼ਾਇਦ ਇਸੇ ਬਾਣੀ ਦੇ ਵਿੱਚ ਪਹਿਲਾਂ ਵੀ ਇਸ ਗੱਲ ਨੂੰ ਬੋਲਿਆ। ਮਹਾਰਾਜ ਕਹਿੰਦੇ ਕਿ ਬਹੁਤੀ ਵਾਰ ਬੰਦਾ ਇਹ ਸੋਚਦਾ ਹੈ ਕਿ ਮੈਂ ਆ ਜਾ ਕੇ ਮੰਗਾਂਗਾ, ਆ ਜਾ ਕੇ ਮੰਗਾਂਗਾ। ਉਹਦੇ ਸਾਹਮਣੇ ਜਦੋਂ ਆ ਕੇ ਖਲੋਤਾ ਤਾਂ ਚੇਤਾ ਹੀ ਭੁੱਲ ਗਿਆ ਵੀ ਮੰਗਣਾ ਕੀ ਸੀ। ਇੱਕ ਦਿਨ ਮੇਰੇ ਨਾਲ ਇੱਦਾਂ ਹੋਇਆ, ਮੈਂ ਇਹਨੂੰ ਤਜਰਬਾ ਨਾ ਜਾਂ ਨਿੱਜੀ ਗੱਲ ਨਾ ਸਮਝ ਲੈਣਾ, ਕਿਉਂਕਿ ਅਸੀਂ ਜਦੋਂ ਵੀ ਆਉਂਦੇ ਹਾਂ ਚਲੋ ਅਰਦਾਸ ਤੇ ਕਰਦੇ ਹਾਂ, ਤੁਹਾਡੀ ਸਾਰਿਆਂ ਦੀ ਨਿੱਜੀ ਹੈ, ਤੁਸੀਂ ਮਨ ਦੇ ਵਿੱਚ ਕੁਝ ਮੰਗਦੇ ਜੇ, ਅਸੀਂ ਵੀ ਕੁਝ ਮੰਗਦੇ ਹਾਂ। ਪਰ ਸਤਿਗੁਰੂ ਕਹਿੰਦੇ ਵੀ ਸਮਝ ਲਓ ਵੀ ਮਨੋਰਥ ਪੂਰੇ ਹੋ ਜਾਣ, ਮੰਗਣ ਦੀ ਲੋੜ ਹੀ ਨਾ ਪਵੇ। ਮੈਂ ਉੱਧਰੋਂ ਦੀ ਆਇਆ ਅਤੇ ਇੱਥੇ ਮੱਥਾ ਟੇਕਣ ਲੱਗਾ ਅਤੇ ਮੇਰਾ ਉੱਤੇ ਧਿਆਨ ਚਲ ਗਿਆ, ਉਹ ਜਿਹੜੀ ਪੰਕਤੀ ਲੱਗੀ ਪਈ ਹੈ ਤੁਹਾਡੇ ਸਾਹਮਣੇ ਕੀ ਲਿਖਿਆ ਪਿਆ ਤੁਸੀਂ ਵੇਖੋ। ਫਿਰ ਬੰਦਾ ਕੀ ਮੰਗ ਲਵੇ ਉਹਨਾਂ ਚੀਜ਼ਾਂ ਦੇ ਵਿੱਚ? ਜੇ ਧਿਆਨ ਦੇ ਨਾਲ ਤੁਸੀਂ ਵੇਖੋਗੇ ਨਾ, ਤੁਸੀਂ ਗੁਰਦੁਆਰੇ ਅੰਦਰ ਐਂਟਰ ਹੁੰਦੇ ਜੇ, ਪਿੱਛੋਂ ਬਹੁਤ ਕੁਝ ਸੋਚ ਕੇ ਆਵੋਗੇ। ਅਸੀਂ ਵੀ ਬੜਾ ਕੁਝ ਸੋਚ ਕੇ ਆਉਂਦੇ ਹਾਂ। ਇੱਥੇ ਕੁਝ ਵੀ ਪੜ੍ਹਨ ਨੂੰ ਇੱਦਾਂ ਦਾ ਮਿਲ ਜਾਂਦਾ ਵੀ ਜੋ ਅਸੀਂ ਸੋਚਿਆ ਹੁੰਦਾ ਸਾਰੇ ਸੋਚੇ 'ਤੇ ਕਾਂਟਾ ਵੱਜ ਜਾਂਦਾ ਵੀ ਕਿੱਧਰ ਮੰਗਦੇ ਪਏ ਹੋ। ਪਿੱਛੋਂ ਮੈਂ ਹਿਲਦਾ ਆਉਣਾ ਹਾਂ, ਉੱਥੇ ਲਿਖਿਆ ਤੋ ਮੈਂ ਆਇਆ, ਸ਼ਰਨੀ ਆਇਆ, ਭਰੋਸੇ ਆਇਆ, ਕਿਰਪਾ ਆਇਆ, ਉੱਥੇ ਹੋਰ ਹੀ ਕੁਝ ਲਿਖਿਆ ਜਾ ਰਿਹਾ। ਮਹਾਰਾਜ ਕਹਿੰਦੇ ਨੇ ਪ੍ਰਭ ਦੇਖਦਿਆਂ ਦੁੱਖ ਭੁੱਖ ਗਈ, ਢਾਡੀ ਕੋ ਮੰਗਣ ਚੇਤਨਾ ਆਵੇ। ਮਹਾਰਾਜ ਤੈਨੂੰ ਵੇਖਦੇ ਹੀ ਭੁੱਖ ਚਲ ਗਈ ਆ ਅਤੇ ਮੈਂ ਹੋਰ ਕੀ ਮੰਗ ਲਵਾਂ ਤੇਰੇ ਕੋਲ? ਮੈਂ ਇੰਨੀ ਭੁੱਖ ਲੈ ਕੇ ਆਇਆ ਸੀ, ਤੈਨੂੰ ਵੇਖਿਆ ਤੇ ਭੁੱਖ ਮਰ ਗਈ ਹੈ। ਹੁਣ ਜਦੋਂ ਭੁੱਖ ਹੀ ਨਹੀਂ ਤਾਂ ਮੈਂ ਕੀ ਮੰਗ ਲਵਾਂ? ਪ੍ਰਭ ਦੇਖਦਿਆਂ ਦੁੱਖ ਭੁੱਖ ਗਈ, ਢਾਡੀ ਕੋ ਮੰਗਣ ਚੇਤਨਾ ਆਵੇ। ਇਹ ਬੜੇ ਕਮਾਲ ਦਾ ਸ਼ਬਦ ਹੈ ਜੇ ਅਸੀਂ ਇਹਨੂੰ ਇਸ ਪਾਸੇ ਤੋਂ ਸਮਝਾਂਗੇ ਵੀ ਮਹਾਰਾਜ ਮੈਂ ਬਹੁਤ ਕੁਝ ਤੇਰੇ ਕੋਲ ਮੰਗਣਾ ਹੈ, ਤੇਰੇ ਸਾਹਮਣੇ ਖਲੋਤਾ ਹਾਂ, ਮੈਨੂੰ ਚੇਤਾ ਹੀ ਭੁੱਲ ਗਿਆ ਵੀ ਮੈਂ ਕੀ ਮੰਗ ਲਵਾਂ, ਹਿੰਮਤ ਹੀ ਖਤਮ ਹੋ ਗਈ ਹੈ ਮੰਗਣ ਵਾਲੀ। ਸਗਲ ਮਨੋਰਥ ਪੂਰੇ। ਮਹਾਰਾਜ ਕਹਿੰਦੇ ਆਨੰਦ ਕੀ ਹੈ? ਆਨੰਦ ਇਹ ਨਹੀਂ ਹੈ ਵੀ ਤੁਹਾਨੂੰ ਭੁੱਖ ਕਿੰਨੀ ਲੱਗੀ ਹੈ, ਆਨੰਦ ਇਹ ਹੈ ਅਸੀਂ ਰੱਜੇ ਕਿੰਨਾ ਬੈਠੇ ਹਾਂ, ਅਸੀਂ ਸੰਤੁਸ਼ਟ ਹੋ ਕੇ ਕਿੰਨਾ ਬੈਠੇ ਹਾਂ। ਫਿਰ ਕੀ ਹੈ? ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਵਿਸੂਰੇ ਦਾ ਭਾਵ ਹੈ ਚਿੰਤਾ। ਅਸੀਂ ਦੋ ਚੀਜ਼ਾਂ ਦੇ ਵਿੱਚ ਜੀਂਦੇ ਹਾਂ, ਆਹ ਹੋ ਨਾ ਜਾਵੇ ਉਹਦਾ ਸਾਨੂੰ ਡਰ ਹੈ, ਆਹ ਹੁੰਦਾ ਨਹੀਂ ਹੈ ਸਾਨੂੰ ਚਿੰਤਾ ਹੈ, ਮੇਰੀ ਮਰਜ਼ੀ ਦਾ ਕੁਝ ਹੁੰਦਾ ਨਹੀਂ ਹੈ ਅਤੇ ਮੈਂ ਕਹਿੰਦਾ ਹਾਂ ਬੜੀ ਚਿੰਤਾ ਹੈ, ਆਹ ਹੋ ਜਾਵੇ ਤਾਂ ਫਿਰ ਮੈਂ ਸੌਖਾ ਹੋ ਜਾਵਾਂਗਾ। ਮੇਰੀ ਮਰਜ਼ੀ ਤੋਂ ਕੁਝ ਉਲਟ ਹੋ ਗਿਆ, ਮੈਂ ਜਿਹੜੀ ਗੱਲ ਤੋਂ ਡਰਦਾ ਸੀ ਉਹੀ ਹੋ ਗਈ। ਇਹਨੂੰ ਕੀ ਕਿਹਾ ਜਾਂਦਾ? ਅਜੇ ਵਿਸੂਰੇ ਨਾਲ ਹੀ ਚੱਲਦੇ ਪਏ ਨੇ, ਅਜੇ ਝੋਰੇ ਨਾਲ ਹੀ ਚੱਲਦੇ ਪਏ ਨੇ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਮੈਨੂੰ ਮਾफ़ ਕਰਿਓ, ਇਹ 40ਵੀਂ ਪੌੜੀ ਆ ਗਈ ਹੈ ਆਨੰਦ ਸਾਹਿਬ ਦੀ, ਅਤੇ ਲਗਭਗ 40 ਕੁ ਦਿਨ ਅਸੀਂ ਲਾਏ ਹੋਣਗੇ। ਪਰ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਆਨੰਦ ਸਾਹਿਬ ਨੂੰ ਸਮਝ ਲਿਆ ਅਤੇ ਗੱਲ ਖਤਮ ਹੋ ਗਈ ਹੈ। ਆਨੰਦ ਸਾਹਿਬ ਦੀ ਵਿਆਖਿਆ ਸਮਝੀ ਜਾ ਸਕਦੀ ਹੈ, ਆਨੰਦ ਸਾਡਾ ਪਰਸਨਲੀ ਹੈ। ਕੌਣ ਆਨੰਦ ਦੇ ਕਿੰਨਾ ਨੇੜੇ ਹੈ? ਅਤੇ ਗਿਆਨੀ ਤਰਜੀਤ ਸਿੰਘ ਕਹਿੰਦੇ ਹੁੰਦੇ ਨੇ, ਕਹਿੰਦੇ ਵੀ ਅਜੇ ਤੱਕ ਮੈਨੂੰ ਇੰਨੀ ਕੀ ਸਮਝ ਆਈ ਹੈ ਵੀ ਮੇਰੇ ਕੋਲ ਸਮਝ ਲਓ ਵੀ ਨਕਸ਼ਾ ਆ ਗਿਆ ਹੈ, ਅਜੇ ਬਿਲਡਿੰਗ ਨਹੀਂ ਆਈ ਮੇਰੇ ਕੋਲ। ਅਤੇ ਇੱਦਾਂ ਥੋੜ੍ਹਾ ਹੁੰਦਾ ਵੀ ਕਹਿੰਦੇ ਬਾਰਿਸ਼ ਹੋਵੇਗੀ ਤਾਂ ਮੈਂ ਨਕਸ਼ਾ ਸਿਰ ਦੇ ਉੱਤੇ ਰੱਖ ਲਵਾਂਗਾ ਤਾਂ ਮੈਂ ਭਿੱਜਣੋਂ ਬਚ ਜਾਵਾਂਗਾ। ਨਕਸ਼ਾ ਭਿੱਜਣ ਤੋਂ ਨਹੀਂ ਬਚਾਉਂਦਾ, ਨਕਸ਼ਾ ਜਾਣਕਾਰੀ ਦਿੰਦਾ ਵੀ ਇੱਦਾਂ ਬਿਲਡਿੰਗ ਬਣਾ ਲਓ। ਇਹ ਵਿਆਖਿਆ ਜਿਹੜੀ ਹੈ ਨਾ ਮੇਰੇ ਸਮੇਤ ਮੇਰੇ ਲਈ ਵੀ ਉਨੀ ਹੀ ਗੱਲ ਹੈ। ਇਹ ਸਾਨੂੰ ਇੱਕ ਨਕਸ਼ਾ ਤਿਆਰ ਕਰਦਾ ਪਿਆ ਹੈ, ਇੱਕ ਪੈਟਰਨ ਤਿਆਰ ਹੈ ਵੀ ਤੁਸੀਂ ਇੱਦਾਂ ਚੱਲਣਾ ਹੈ। ਪਰ ਇਸ ਕਥਾ ਦੇ ਉੱਤੇ ਗੱਲ ਖਤਮ ਨਹੀਂ ਹੋ ਗਈ, ਮੰਜ਼ਿਲ ਤਾਂ ਅਸੀਂ ਆਪਣੀ ਤੈਅ ਕਰਨੀ ਹੈ ਸਾਰਿਆਂ ਨੇ। ਸਤਿਗੁਰੂ ਕਹਿੰਦੇ ਪਾਰ ਬ੍ਰਹਮ ਪ੍ਰਭ ਪਾਇਆ। ਆਨੰਦ ਉਹ ਹੈ ਜਦੋਂ ਵਾਹਿਗੁਰੂ ਦੇ ਨਾਲ ਤੁਸੀਂ ਭਰੇ ਪਏ ਹੋ, ਤੁਹਾਡੇ ਕੋਲ ਸਿਰਫ ਉਹੀ ਬੋਲਦਾ ਪਿਆ ਹੈ। ਉਤਰੇ ਸਗਲ ਵਿਸੂਰੇ, ਕੋਈ ਚਿੰਤਾ ਨਹੀਂ, ਕੋਈ ਦੁੱਖ ਤਕਲੀਫ ਨਹੀਂ, ਕੁਝ ਗੱਲ ਨਹੀਂ। ਅਤੇ ਬੰਦਾ ਸੋਚਦਾ ਹੈ
ਜੇ ਤਕਲੀਫ ਹੀ ਨਹੀਂ ਤਾਂ ਗੁਰਦੁਆਰੇ ਜਾ ਕੇ ਕੀ ਕਰਨਾ? ਜੇ ਕੋਈ ਚਿੰਤਾ ਹੀ ਨਹੀਂ ਤਾਂ ਫਿਰ ਪਾਠ ਕਰਕੇ ਕੀ ਕਰਨਾ ਹੈ? ਸਾਡੇ ਪਾਠ ਤੇ ਤਾਂ ਹੋ ਰਹੇ ਨੇ ਨਾ ਵੀ ਮਹਾਰਾਜ ਦੁਕਾਨ ਨਹੀਂ ਉਹ ਚੱਲਦੀ, ਇੱਕ ਖੰਡ ਪਾਠ ਕਰਾ ਕੇ ਵੇਖ ਲਾਂ ਸ਼ਾਇਦ ਬਾਹਰ ਚੱਲਣ ਲੱਗ ਪਵੇ। ਤੇ ਜਦੋਂ ਚੰਗੀ ਭਲੀ ਚੱਲਦੀ ਫਿਰ ਖੰਡ ਪਾਠ ਕਦ ਨਹੀਂ ਕਰਾਉਣਾ? ਸਾਡੇ ਇਸ ਕਰਕੇ ਪਾਠ ਹੋ ਰਹੇ ਨੇ। ਤੇ ਸਾਡੀ ਭਗਤੀ ਕਾਹਦੇ ਲਈ ਹੈ? ਸਾਡੇ ਕਾਰੋਬਾਰਾਂ ਨੂੰ ਧੱਕਾ ਲਾਉਣ ਦੇ ਲਈ। ਮੇਰੇ ਨਾਲ ਵੀ ਇਹੋ ਹੀ ਵਾਪਰਦਾ ਹੈ, ਅਸੀਂ ਵੀ ਲਗਭਗ ਸਾਰੇ ਇੱਦਾਂ ਹੀ ਕਰਦੇ ਪਏ ਹਾਂ। ਹਜ਼ੂਰ ਕਹਿੰਦੇ ਚਿੰਤਾ ਉਤਰ ਜਾਂਦੀ ਹੈ, ਤੇ ਬੰਦਾ ਸੋਚਦਾ ਵੀ ਚਿੰਤਾ ਉਤਾਰਨ ਦੇ ਲਈ ਤਾਂ ਮੈਂ ਬਾਣੀ ਪੜ੍ਹਦਾ ਪਿਆ ਹਾਂ, ਜਦੋਂ ਚਿੰਤਾ ਹੀ ਉਤਰ ਗਈ ਤਾਂ ਫਿਰ ਬਾਣੀ ਪੜ੍ਹਨ ਦੀ ਕੀ ਲੋੜ ਹੈ? ਇੱਥੇ ਅਸੀਂ ਗਲਤੀ ਕਰ ਜਾਂਦੇ ਹਾਂ। ਅਸੀਂ ਬਾਣੀ ਦਾ ਮਤਲਬ ਹੀ ਚਿੰਤਾ ਤੱਕ ਸਮਝ ਲਿਆ ਹੈ। ਇਹ ਸਾਡੀ ਹਾਲ ਹੈ। ਮੈਂ ਜਿਹੜੀ ਸ਼ੁਰੂ ਦੇ ਵਿੱਚ ਸਾਰੀ ਗੱਲ ਕੀਤੀ ਹੈ ਇਸ ਪਾਸੇ, ਤੇ ਵੀ ਬਾਣੀ ਨੂੰ ਕਿਸ ਪਾਸੇ ਤੋਂ ਸਮਝਦੇ ਪਏ ਹਾਂ। ਚਿੰਤਾ ਤੋਂ ਰਹਿਤ ਹੋ ਕੇ ਬਾਣੀ ਪੜ੍ਹ ਲੈਣੀ, ਚਿੰਤਾ ਦੇ ਵਿੱਚ ਬਾਣੀ ਪੜ੍ਹ ਲੈਣੀ। ਜ਼ਮੀਨ ਅਸਮਾਨ ਦਾ ਫਰਕ ਹੈ ਦੋਵਾਂ ਗੱਲਾਂ ਦੇ ਵਿੱਚ। ਦੋਵਾਂ ਸਮਝਣ ਦੀ ਆਪਣਾ ਲੈਵਲ ਹੈ, ਤੁਸੀਂ ਦੋਵਾਂ ਨੂੰ ਸਮਝ ਕੇ ਵੇਖ ਲੈਣਾ। ਮੈਂ ਤੇ ਬੋਲ ਦਿੱਤਾ ਹੈ ਇਸ ਗੱਲ ਨੂੰ। ਉਤਰੇ ਸਗਲ ਵਿਸੂਰੇ। ਫਿਰ ਸਤਿਗੁਰੂ ਕਹਿੰਦੇ ਬਾਣੀ ਦੀ ਕੀ ਤਾਕਤ ਹੈ? ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਇਹਦੇ ਵਿੱਚ ਫਿਜ਼ੀਕਲੀ ਵੀ ਤੁਹਾਡੇ ਆ ਜਾਂਦੇ ਨੇ, ਕਿਸੇ ਵੇਲੇ ਫਿਜ਼ੀਕਲੀ ਰੋਗ ਨੇ, ਬਾਣੀ ਸੁਣੋਗੇ ਤੇ ਠੀਕ ਹੈ, ਬੰਦਾ ਠੀਕ ਹੋ ਜਾਂਦਾ, ਕਿਉਂਕਿ ਮਨ ਸੰਤੁਸ਼ਟ ਹੋ ਗਿਆ ਤੇ ਸਰੀਰ ਵੀ ਠੀਕ ਹੋ ਜਾਂਦਾ। ਪਰ ਇਹਨੂੰ ਇੱਦਾਂ ਨਾ ਸਮਝਣਾ ਵੀ ਬਾਣੀ ਜਿਹੜੀ ਹੈ ਉਹ ਸਿਰਫ ਇਸੇ ਕਰਕੇ ਲਿਖੀ ਗਈ ਹੈ। ਜੇ ਇੱਦਾਂ ਦਾ ਹੀ ਖਿਆਲ ਹੋਵੇ ਤੇ ਮਹਾਰਾਜ ਗੁਰੂ ਹਰਿਰਾਏ ਸਾਹਿਬ ਨੇ ਵੇਖੋ ਕੀਰਤਪੁਰ ਸਾਹਿਬ ਦੇ ਵਿੱਚ ਦਵਾਖਾਨਾ ਖੋਲ੍ਹਿਆ, ਕਿੱਡਾ ਵੱਡਾ ਹੌਸਪੀਟਲ ਹੈ ਉਸ ਵੇਲੇ ਦਾ, ਵੀ ਜੇ ਦਾਰਾ ਸ਼ਿਕੋ ਉਸ ਵੇਲੇ ਠੀਕ ਹੋ ਸਕਦਾ ਤੇ ਉੱਥੇ ਕਿੱਡੇ ਕਮਾਲ ਦੀਆਂ ਜੜੀਆਂ ਬੂਟੀਆਂ ਹੋਣਗੀਆਂ ਉੱਥੇ। ਇਸ ਕਰਕੇ ਜਿਹੜੀ ਦਵਾਈ ਹੈ ਉਹ ਆਪਣੇ ਥਾਂ ਦੇ ਉੱਤੇ ਕੰਮ ਕਰਦੀ ਪਈ ਹੈ, ਬਾਣੀ ਆਪਣਾ ਕੰਮ ਕਰਦੀ ਪਈ ਹੈ। ਇਹਨੂੰ ਇਹ ਨਾ ਸਮਝ ਲੈਣਾ ਵੀ ਮੈਂ ਹੁਣ ਸਿਰ ਪੀੜ ਹੋ ਰਹੀ ਹੈ ਤੇ ਜਪਜੀ ਸਾਹਿਬ ਪੜ੍ਹ ਲਿਆ ਹੈ ਤੇ ਹੋ ਸਕਦਾ ਹੈ ਠੀਕ ਹੋ ਵੀ ਜਾਵੇ। ਮੈਂ ਤਾਂ ਇਸ ਗੱਲ ਦੇ ਵਿੱਚ ਯਕੀਨ ਰੱਖਦਾ ਵੀ ਠੀਕ ਹੋ ਸਕਦੀ ਹੈ, ਪਰ ਜਿਹੜਾ ਪਹਿਲਾਂ ਹੀ ਸੋਚ ਕੇ ਬੈਠੇਗਾ ਵੀ ਮੈਨੂੰ ਦਿਖਾਓ ਸਿਰ ਪੀੜ ਹਟਦੀ ਹੈ, ਉਹਦੀ ਭਾਵੇਂ ਨਾ ਠੀਕ ਹੋਵੇ। ਕਿਸੇ ਨਾਲ ਲੜ ਥੋੜ੍ਹਾ ਲਵਾਂਗੇ ਵੀ ਤੂੰ ਪੜ੍ਹ ਜਪਜੀ ਸਾਹਿਬ ਤੇਰਾ ਸਿਰ ਪੀੜ ਠੀਕ ਹੋ ਜਾਵੇਗਾ। ਹੋ ਸਕਦਾ ਕਿਸੇ ਦੀ ਹੋ ਜਾਵੇ, ਕਿਸੇ ਦੀ ਨਾ ਹੋਵੇ, ਇਹ ਤਾਂ ਰੱਬ ਦੀ ਮਰਜ਼ੀ ਹੈ। ਕਿਹਦੇ ਨਾਲ ਲੜ ਲਾਂਗੇ ਵੀ ਨਹੀਂ ਹੋਵੇਗਾ ਹੀ ਹੋਵੇਗਾ। ਧਰਮ ਦੇ ਵਿੱਚ ਦਾਅਵੇ ਨਹੀਂ ਕੀਤੇ ਜਾਂਦੇ। ਪਰ ਮਹਾਰਾਜ ਕੀ ਕਹਿ ਰਹੇ ਨੇ? ਤੁਹਾਡੇ ਸੰਤਾਪ ਚਿੰਤਾਵਾਂ ਸਰੀਰ ਦੇ ਦੁੱਖ ਤੇ ਇੱਕ ਦਿਨ ਆਏ, ਅਗਲੇ ਦਿਨ ਤੁਸੀਂ ਠੀਕ ਹੋ ਜਾਵੋਗੇ। ਬੜੀਆਂ ਤੁਹਾਡੇ ਕੋਲ ਦਵਾਈਆਂ ਨੇ, ਤੁਸੀਂ ਬਹੁਤ ਕੁਝ ਸਹੀ ਕਰ ਸਕਦੇ ਜੇ ਆਪਣੇ ਆਪ ਨੂੰ। ਗੁਰੂ ਕਿਰਪਾ ਕਰੇ ਆ ਜਿਹੜੇ ਮਨ ਨੂੰ ਚੰਬੜੇ ਪਏ ਨੇ ਨਾ ਚਿੰਤਾ ਰੋਗ, ਕਿਹੜਾ ਡਾਕਟਰ ਦੇ ਕੋਲ ਚਿੰਤਾ ਦੀ ਦਵਾਈ ਖਾ ਲਾਂਗੇ ਜਾ ਕੇ? ਕਿਸੇ ਦੇ ਕੋਲ ਨਹੀਂ ਹੈ। ਮਹਾਰਾਜ ਕਹਿੰਦੇ ਬਾਣੀ ਨੂੰ ਸੁਣੋ ਤੇ ਸੁਣ ਕੇ ਤੇ ਸਮਝੋ ਕਿ ਸਤਿਗੁਰੂ ਕਿਸ ਬਾਰੇ ਤੁਹਾਨੂੰ ਕਿਸ ਗੱਲ ਨਾਲ ਜੋੜਨਾ ਚਾਹੁੰਦੇ ਨੇ। ਦੁੱਖ ਰੋਗ ਸੰਤਾਪ ਉਤਰੇ, ਇਹ ਸਾਰੇ ਪਰੇ ਹੋ ਗਏ ਜ਼ਿੰਦਗੀ ਦੇ ਵਿੱਚੋਂ। ਕਦੋਂ? ਸੁਣੀ ਸੱਚੀ ਬਾਣੀ। ਜਦੋਂ ਸੱਚੀ ਬਾਣੀ ਨੂੰ ਸੁਣਿਆ, ਇਸ ਬਾਣੀ ਨੂੰ ਸੁਣਿਆ, ਆਨੰਦ ਨੂੰ ਸੁਣਿਆ, ਗੁਰਬਾਣੀ ਨੂੰ ਸੁਣਿਆ, ਫਿਰ ਸਤਿਗੁਰੂ ਕਹਿੰਦੇ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਜਿਨ੍ਹਾਂ ਰੱਬ ਦੇ ਪਿਆਰਿਆਂ ਨੇ ਇਸ ਬਾਣੀ ਨੂੰ ਪੂਰੇ ਗੁਰੂ ਤੋਂ ਸਮਝਿਆ ਹੈ। ਇਹਦਾ ਕੀ ਭਾਵ ਹੈ ਵੀ ਪੂਰੇ ਗੁਰੂ ਤੋਂ ਸਮਝਣਾ ਤੇ ਅਧੂਰੇ ਤੋਂ ਸਮਝਣਾ? ਮੈਂ ਬੇਨਤੀ ਕੀਤੀ ਹੈ, ਇੱਕ ਬਾਣੀ ਆਈ ਜਿਸ ਲੈਵਲ ਤੋਂ ਹੈ, ਭਾਵ ਕਿ ਜਿਸ ਪਾਸੇ ਤੋਂ ਲਿਖੀ ਗਈ ਹੈ, ਉਹਨੂੰ ਉਸ ਪਾਸੇ ਤੋਂ ਸਮਝਣ ਦੀ ਕੋਸ਼ਿਸ਼ ਕਰਨੀ, ਆਪਣੀ ਅਕਲ ਦੇ ਨਾਲ ਨਹੀਂ ਵੀ ਆ ਅੱਧਾ ਚੰਗਾ ਤੇ ਅੱਧਾ ਬੁਰਾ, ਅੱਧੀ ਗੱਲ ਸਹੀ ਹੈ ਤੇ ਅੱਧੀ ਗੱਲ ਗਲਤ ਹੈ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਪੂਰੇ ਗੁਰੂ ਤੋਂ ਸਮਝਿਆ ਹੈ ਨਾ ਵੀ ਜਿਸ ਕੰਮ ਲਈ ਇਹ ਬਾਣੀ ਲਿਖੀ ਗਈ ਹੈ, ਜਿਨ੍ਹਾਂ ਨੇ ਉਸ ਲੈਵਲ ਦੇ ਉੱਤੇ ਆਪਣੇ ਆਪ ਨੂੰ ਪਹੁੰਚਾਇਆ ਹੈ, ਉਹ ਕੀ ਹੋ ਗਿਆ ਹੈ? ਸੰਤ ਸਾਜਨ ਭਏ ਸਰਸੇ। ਉਹ ਜਿਹੜੇ ਸੰਤ ਨੇ ਉਹ ਰਸ ਵਾਲੇ ਹੋ ਗਏ ਨੇ, ਉਹ ਪਿਆਰ ਵਾਲੇ ਹੋ ਗਏ ਨੇ। ਇੱਕ ਨਕਲੀ ਫੁੱਲ ਹੁੰਦੇ ਨੇ ਜਿਨ੍ਹਾਂ ਦਾ ਰੰਗ ਬੜਾ ਸੋਹਣਾ ਹੁੰਦਾ ਪਰ ਰਸ ਨਹੀਂ ਹੁੰਦਾ ਉਹਨਾਂ ਦੇ ਵਿੱਚ। ਇੱਕ ਅਸਲੀ ਫੁੱਲ ਹੁੰਦੇ ਨੇ, ਉਹਨਾਂ ਵਰਗਾ ਰੰਗ ਹੁੰਦਾ, ਉਹਨਾਂ ਨੂੰ ਜਦੋਂ ਤੁਸੀਂ ਨਿਚੋੜੋਗੇ ਉਹਨਾਂ ਦੇ ਵਿੱਚੋਂ ਰਸ ਨਿਕਲਦਾ। ਇੱਦਾਂ ਕੁਝ ਰਸ ਵਾਲੇ ਬੰਦੇ ਹੁੰਦੇ ਨੇ, ਉਹਨਾਂ ਦੇ ਲਾਗੇ ਬੈਠੋਗੇ ਇੰਨਾ ਤੁਹਾਨੂੰ ਭਰ ਦੇਣਗੇ ਵੀ ਵਾਰ-ਵਾਰ ਜੀ ਕਰਦਾ ਵੀ ਇਹ ਬੋਲੇ ਤੇ ਮੈਂ ਇਹਦੀ ਗੱਲ ਨੂੰ ਸੁਣਾ। ਤੇ ਕਈ ਇੱਦਾਂ ਦੇ ਹੁੰਦੇ ਨੇ ਵੀ ਚੁੱਪ ਕਰੇ ਤੇ ਮੈਂ ਇਹਦੇ ਲਾਗੋਂ ਪਰੇ ਹੋਵਾਂ। ਇਹ ਨਕਲੀ ਤੇ ਅਸਲੀ ਫੁੱਲਾਂ ਵਾਲੀ ਗੱਲ ਹੈ ਬਸ। ਸੰਤ ਸਾਜਨ ਭਏ ਸਰਸੇ, ਇੰਨੇ ਰਸ ਦੇ ਨਾਲ ਭਰੇ ਹੋਏ ਜਦੋਂ ਬੋਲਦੇ ਨੇ ਅਗਲੇ ਨੂੰ ਭਰ ਦਿੰਦੇ ਨੇ, ਅਗਲੇ ਨੂੰ ਸਰਸ਼ਾਰ ਕਰ ਦਿੰਦੇ ਨੇ। ਹਜ਼ੂਰ ਕਹਿੰਦੇ ਜਿਨ੍ਹਾਂ ਨੇ ਇਸ ਬਾਣੀ ਨੂੰ ਗੁਰੂ ਤੋਂ ਸਮਝਿਆ ਹੈ, ਜਿਨ੍ਹਾਂ ਦੇ ਅੰਦਰ ਇਹ ਬਾਣੀ ਦੀ ਤਾਕਤ ਬੋਲਦੀ ਪਈ ਹੈ। ਸੁਣਤੇ ਪੁਨੀਤ ਕਹਤੇ ਪਵਿੱਤ। ਸੁਣਨ ਵਾਲੇ ਵੀ, ਤੁਸੀਂ ਵੀ ਸਾਰੇ ਇਹਦੇ ਵਿੱਚ ਆ ਗਏ। ਸਾਡੇ ਵਰਗੇ ਤੁਹਾਡੇ ਪਿੱਛੇ ਕਹਿਣ ਵਾਲੇ ਵੀ ਇੱਦਾਂ ਇਹਦੇ ਵਿੱਚ ਹੀ ਆ ਗਏ। ਅਸੀਂ ਸੈਕੰਡਰੀ ਹਾਂ, ਤੁਹਾਡੇ ਤੋਂ ਇਸ ਗੱਲ ਨੂੰ ਸਮਝ ਲੈਣਾ, ਪ੍ਰਾਇਮਰੀ ਨਹੀਂ ਹਾਂ। ਮੈਂ ਤਾਂ ਇਸ ਗੱਲ ਨੂੰ ਲੈ ਕੇ ਚੱਲਦਾ ਹਾਂ। ਪ੍ਰਚਾਰਕ ਪ੍ਰਾਇਮਰੀ ਨਹੀਂ ਹੈ, ਪ੍ਰਚਾਰਕ ਸੈਕੰਡਰੀ ਹੈ। ਸਿੱਖ ਸਾਰੇ ਈਕਵਲ ਨੇ। ਜਦੋਂ ਅਸੀਂ ਗੁਰਸਿੱਖੀ ਦਾ ਜੀਵਨ ਪੜ੍ਹਦੇ ਹਾਂ ਫਿਰ ਅਸੀਂ ਸਾਰੇ ਬਰਾਬਰ ਹਾਂ, ਫਿਰ ਅਸੀਂ ਸਾਰੇ ਭੈਣ ਭਰਾਵਾਂ ਵਾਲੇ ਹਾਂ, ਇੱਕੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚੇ ਹਾਂ। ਪਰ ਸੰਗਤ ਹਮੇਸ਼ਾ ਉੱਤੇ, ਬਾਕੀ ਸਾਰਾ ਕੁਝ ਪਿੱਛੇ ਹੈ।
ਮਹਾਰਾਜ ਕਹਿੰਦੇ ਸੁਣਨ ਵਾਲੇ ਵੀ ਪਵਿੱਤਰ ਤੇ ਕਹਿਣ ਵਾਲੇ ਵੀ ਪਵਿੱਤਰ, ਭਾਵ ਕਿ ਦੋਵੇਂ ਪਵਿੱਤਰ, ਦੋਵਾਂ ਦੇ ਮੂੰਹ ਸੋਹਣੇ ਹੋ ਗਏ। ਜੋ ਤੁਮਰਾ ਜਸ ਕਹਿਤੇ ਗੁਰਮਤਿ ਤਿੰਨ ਮੁਖ ਭਾਗ ਸੁਭਾਗੇ, ਕਿ ਉਹਨਾਂ ਦੇ ਮੂੰਹ ਬੜੇ ਭਾਗਾਂ ਵਾਲੇ ਨੇ ਸੱਚੇ ਪਾਤਸ਼ਾਹ, ਜਿਨ੍ਹਾਂ ਮੂੰਹਾਂ ਦੇ ਵਿੱਚੋਂ ਤੇਰੇ ਨਾਮ ਨੂੰ ਬੋਲਿਆ ਜਾਂਦਾ ਹੈ। ਸੁਣਨ ਵਾਲੇ ਵੀ ਤੇ ਕਹਿਣ ਵਾਲੇ ਵੀ ਸਤਿਗੁਰ ਰਹਿਆ ਪਰ ਪੂਰੇ। ਹਜ਼ੂਰ ਕਹਿੰਦੇ ਨੇ ਸਮਝ ਲਓ ਵੀ ਉਹਨਾਂ ਨੂੰ ਸਤਿਗੁਰੂ ਜਿਹੜਾ ਹੈ ਹਰ ਥਾਂ ਦੇ ਉੱਤੇ ਹਾਜ਼ਰ ਨਾਜ਼ਰ ਨਜ਼ਰ ਆਉਂਦਾ ਹੈ। ਭਾਈ ਨੰਦ ਲਾਲੇ ਨੂੰ ਇੱਦਾਂ ਕਹਿੰਦੇ ਨੇ, ਚੂੰ ਗੈਰ ਅਜ਼ ਜ਼ਾਤ ਪਾਕਸ਼ ਨੇਸਤ ਦਰ ਹਰ ਜਾ ਕੀਮੇ ਬੀਨੂ, ਅਤੇ ਮੈਂ ਜਿੱਥੇ ਵੇਖਦਾ ਹਾਂ ਮੈਨੂੰ ਦੂਜਾ ਕੋਈ ਨਜ਼ਰ ਹੀ ਨਹੀਂ ਆਉਂਦਾ। ਉਹਨੂੰ ਸਤਿਗੁਰੂ ਕਹਿੰਦੇ ਸਤਿਗੁਰ ਰਹਿਆ ਪਰ ਪੂਰੇ। ਹਰ ਵੇਲੇ ਸਤਿਗੁਰੂ ਜਿਹੜਾ ਹਾਜ਼ਰ ਨਾਜ਼ਰ ਨਜ਼ਰ ਆਉਂਦਾ ਹੈ। ਬਿਨਵੰਤ ਨਾਨਕ, ਬੜੇ ਕਮਾਲ ਦੀ ਗੱਲ ਹੈ ਕਿ ਚਲੋ ਗੱਲ ਆ ਗਈ ਹੈ, ਸਿਰਫ 1-2 ਮਿੰਟ ਆਪਾਂ ਹੋਰ ਲਵਾਂਗੇ ਆਪ ਜੀ ਦੇ, ਜਿਹੜੀ ਮੈਂ ਮਾफ़ੀ ਮੰਗਦਾ, ਤੁਹਾਡਾ ਸਮਾਂ ਉੱਤੇ ਜਾ ਰਿਹਾ ਹੈ। ਸਤਿਗੁਰੂ ਕਹਿੰਦੇ ਨਾਨਕ ਬੇਨਤੀ ਕਰਦਾ ਹੈ। ਤੁਸੀਂ ਪਿੱਛੇ ਪੌੜੀਆਂ ਪੜ੍ਹ ਕੇ ਆਏ ਜੇ, ਸਾਰੀਆਂ 39 ਪੌੜੀਆਂ ਹੋ ਚੁੱਕੀਆਂ ਨੇ। ਇੱਕ ਥਾਂ 'ਤੇ ਇੱਦਾਂ ਲਫ਼ਜ਼ ਨਹੀਂ ਆਇਆ, ਸਾਰੀਆਂ ਥਾਵਾਂ 'ਤੇ ਕਹਿ ਨਾਨਕ ਕਹਿ ਨਾਨਕ ਕਹਿ ਨਾਨਕ ਆਇਆ। ਇੱਥੇ ਬਿਨਵੰਤ ਨਾਨਕ ਆ ਗਿਆ। ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਮੈਂ ਬੇਨਤੀ ਕਰਦਾ। ਨਾਨਕ ਬੇਨਤੀ ਕਰਦਾ ਹੈ। 92-93 ਸਾਲ ਦਾ ਬਾਬਾ ਹੋਵੇ, ਆਪਣੀ ਗੱਲ ਸਮਝਾਉਣ ਲਈ ਫਿਰ ਇਹ ਕਹਿ ਦਿੰਦਾ ਵੀ ਮੈਂ ਬੇਨਤੀ ਕਰਦਾ ਹਾਂ। ਉਸ ਬੰਦੇ ਦਾ ਮੈਂ ਲਫ਼ਜ਼ ਵਰਤਦਾ ਹਾਂ, ਵੈਸੇ ਬੰਦਾ ਕਹਿਣਾ ਨਹੀਂ ਚਾਹੀਦਾ ਕਿਉਂਕਿ ਸਤਿਗੁਰੂ ਤੇ ਸਤਿਗੁਰੂ ਹੀ ਹੈ। ਕਿੰਨੀ ਨਿਮਰਤਾ ਇਸ ਪਾਸੇ ਦੀ ਹੋਵੇਗੀ। ਅਸੀਂ 4 ਦਿਨ ਆਨੰਦ ਸਾਹਿਬ ਪੜ੍ਹ ਕੇ ਲੋਕਾਂ ਨੂੰ ਟਿਕਣ ਨਹੀਂ ਦਿੰਦੇ, ਅਤੇ ਜਿਹਦੇ ਅੰਦਰੋਂ ਆਨੰਦ ਸਾਹਿਬ ਨਿਕਲਿਆ ਹੈ ਉਹ ਕੀ ਕਹਿੰਦਾ, ਮੈਂ ਤੁਹਾਨੂੰ ਬੇਨਤੀ ਕਰਦਾ ਪਿਆ। ਬਿਨਵੰਤ ਨਾਨਕ ਗੁਰ ਚਰਨ ਲਾਗੇ। ਸਤਿਗੁਰੂ ਕਹਿੰਦੇ ਨੇ ਬੇਨਤੀ ਕਰਦਾ ਹੈ ਨਾਨਕ, ਜਿਹੜੇ ਬੰਦੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਂਦੇ ਨੇ ਨਾ, ਭਾਵ ਉਹਦੀ ਸਿੱਖਿਆ ਦੇ ਨਾਲ ਜੁੜ ਜਾਂਦੇ ਨੇ, ਕੀ ਹੁੰਦਾ ਹੈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵਾਜੇ ਅਨਹਦ ਤੂਰੇ। ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਨੰਦ ਹੀ ਆਨੰਦ ਹੈ, ਅਨਹਦ ਹੈ। ਫਿਰ ਇਹ ਨਹੀਂ ਵੀ ਹੱਦ ਹੈ ਉਹਦੀ ਕੋਈ ਹੱਦ ਨਹੀਂ। ਜਿਸ ਲੈਵਲ ਦੇ ਉੱਤੇ ਉਹ ਜੀ ਰਿਹਾ ਹੈ, ਦਿਨ ਰਾਤ ਇੱਕੋ ਜਿਹਾ ਹੈ। ਇਹ ਸਾਰਾ ਕੁਝ ਅਸੀਂ ਪਿੱਛੇ ਬੋਲ ਕੇ ਆਏ ਹਾਂ, ਤੁਸੀਂ ਕੱਲੀ ਕੱਲੀ ਪੌੜੀ ਦੇ ਵਿੱਚੋਂ ਇਸ ਨੂੰ ਸਮਝ ਸਕਦੇ ਹੋ। ਮਹਾਰਾਜ ਨੇ ਗੱਲ ਵੀ ਇੱਥੋਂ ਸ਼ੁਰੂ ਕੀਤੀ ਸੀ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਅੰਤ ਵੀ ਸਤਿਗੁਰੂ ਇੱਥੇ ਕਰਦੇ ਪਏ ਨੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਉਹਨਾਂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀ ਹੈ ਜਿਨ੍ਹਾਂ ਨੇ ਗੁਰਬਾਣੀ ਨੂੰ ਸਮਝਣਾ ਸ਼ੁਰੂ ਕੀਤਾ ਹੈ, ਜਿਹੜੇ ਗੁਰੂ ਦੇ ਚਰਨਾਂ ਦੇ ਨਾਲ ਆ ਕੇ ਜੁੜ ਗਏ। ਚਰਨ ਦਾ ਮਤਲਬ ਹੈ ਸ਼ਬਦ। ਇੱਕ ਬੇਨਤੀ ਹੋਰ ਕਹਿ ਕੇ ਤੇ ਮੈਂ ਸਮਾਪਤੀ ਕਰ ਦੇਵਾਂਗਾ। ਇਹ ਲਗਭਗ 40 ਪੌੜੀਆਂ ਨੇ, ਇਹਨੂੰ ਮੰਜ਼ਿਲ ਨਾ ਸਮਝ ਲੈਣਾ। ਤੁਹਾਡੇ ਆਸਰੇ ਲੱਗ ਕੇ ਤੇ ਮੈਂ ਬੋਲ ਦਿੰਦਾ, ਇੱਕ ਦੂਸਰੇ ਦੇ ਕੋਲੋਂ ਅਸੀਂ ਸਿੱਖਣ ਦੀ ਕੋਸ਼ਿਸ਼ ਕਰੀਏ। ਬਸ ਇਹ ਇੱਦਾਂ ਦਾ ਹੀ ਹੈ, ਜਿੱਦਾਂ ਦਾ ਵੀ ਮਹਾਰਾਜ ਨੇ ਬੁਲਾਇਆ ਹੈ, ਆਪ ਜੀ ਦੇ ਅੱਗੇ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਸਤਿਗੁਰੂ ਜੀ ਦੇ ਅਪਾਰ ਕਿਰਪਾ ਹੋਈ ਹੈ। ਤੁਸੀਂ ਜਿੰਨੇ ਵੀ ਇਸ ਬਾਣੀ ਨੂੰ ਸੁਣਨ ਦੇ ਲਈ ਬੈਠੇ ਹੋ, ਪਿਛਲੇ ਦਿਨਾਂ ਤੋਂ ਲਗਾਤਾਰ ਆ ਕੇ ਬੈਠੇ, ਸਮਾਂ ਕੱਢ ਕੇ ਬੈਠੇ, ਤੁਹਾਡੇ ਸਾਰਿਆਂ ਦੇ ਚਰਨਾਂ 'ਤੇ ਨਮਸਕਾਰ। ਅਰਦਾਸ ਕਰਿਓ ਆਪਣੀ ਵੀ, ਮੇਰੀ ਵੀ, ਸਾਡੇ ਸਾਰਿਆਂ ਦੇ ਲਈ। ਅਸੀਂ ਮਿਲ ਕੇ ਇੱਕ ਉਸ ਦਾਇਰੇ ਦੇ ਵਿੱਚ ਦਾਖਲ ਹੋ ਸਕੀਏ ਜਿੱਥੇ ਵਾਕਿਆ ਹੀ ਮਹਾਰਾਜ ਸਾਨੂੰ ਜੋੜਨਾ ਚਾਹੁੰਦੇ ਨੇ। ਅਗਲੇ ਦਿਨਾਂ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ, ਉਸ ਬਾਬਤ ਵੀ ਅਸੀਂ ਕੁਝ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ। ਇਹ ਆਖਰੀ ਬੇਨਤੀ ਹੈ। ਕਿਸੇ ਵੇਲੇ ਇੱਕ ਵਾਰ ਗੱਲ ਕਰਦਿਆਂ ਗੱਲ ਨਹੀਂ ਪਕੜ ਦੇ ਵਿੱਚ ਆਉਂਦੀ, ਮੇਰੇ ਸਮਝਾਉਣ ਦੇ ਵਿੱਚ ਕੁਝ ਖਾਮੀ ਰਹਿ ਸਕਦੀ ਹੈ। ਕਿਸੇ ਵੇਲੇ ਤੇਜ਼ੀ ਦੇ ਨਾਲ ਗੱਲ ਕਰਦਿਆਂ ਗੱਲ ਰਹਿ ਜਾਂਦੀ ਹੈ। ਇਹ ਜੋ ਰਿਕਾਰਡਿੰਗ ਹੁੰਦੀ ਹੈ, ਇਹ ਗੁਰਦੁਆਰਾ ਸਾਹਿਬ ਦੇ ਪੇਜ ਉੱਪਰ ਵੀ ਪਈ ਹੈ, ਫੇਸਬੁੱਕ ਦੇ ਪੇਜ ਉੱਪਰ ਵੀ ਪਈ ਹੋਈ ਹੈ, YouTube ਦੇ ਉੱਪਰ ਵੀ ਤੁਸੀਂ ਸੁਣ ਸਕਦੇ ਹੋ। ਜਿੰਨੀ ਵਾਰ ਵੀ ਤੁਸੀਂ ਸੁਣ ਸਕਦੇ ਹੋ, ਵਾਹਿਗੁਰੂ ਕਿਰਪਾ ਕਰੇ ਵਾਰ-ਵਾਰ ਉਹਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਇਹਨੂੰ ਪ੍ਰਮੋਸ਼ਨ ਨਾ ਸਮਝ ਲੈਣਾ, ਪਰ ਸਾਡੀ ਸਮਝ ਲਈ ਜ਼ਰੂਰੀ ਹੈ ਤਾਂ ਕਿ ਸਾਨੂੰ ਅਗਲੀਆਂ ਬਾਣੀਆਂ ਸੌਖੀਆਂ ਸਮਝ ਆ ਜਾਣ। ਇੱਕ ਲੈਵਲ ਬਣਾਉਣ ਦੀ ਕੋਸ਼ਿਸ਼ ਕਰੀਏ। ਮਹਾਰਾਜ ਕਿਰਪਾ ਕਰਨ। ਫਿਰ ਤੁਹਾਡੇ ਸਾਰਿਆਂ ਦੇ ਚਰਨਾਂ 'ਤੇ ਨਮਸਕਾਰ। ਤੁਸੀਂ ਸਾਰਿਆਂ ਨੇ ਸਮਾਂ ਕੱਢ ਕੇ ਤੇ ਸੁਣਿਆ ਹੈ। ਮਹਾਰਾਜ ਕਿਰਪਾ ਕਰੇ ਸਾਡੇ ਸਾਰਿਆਂ ਨੂੰ ਆਪਣੇ ਚਰਨ ਕਮਲਾਂ ਦਾ ਪਿਆਰ ਦੇਵੇ, ਬਾਣੀ ਦਾ ਪਿਆਰ ਦੇਵੇ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਸਮਾਂ ਆਪ ਜੀ ਦਾ ਵੱਧ ਲਿਆ ਹੈ ਅੱਜ, ਇਸ ਲਈ ਮੈਂ ਮਾफ़ੀ ਚਾਹੁੰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।